आओ जी, स्वागत है आप सबना दा अकाली टीवी उपर। हर शनिवार की तरह प्रोग्राम सांझ इतिहास का लैके हाज़र होए हाँ। अज प्रोग्राम सांझ इतिहास दे विच कुछ खास गल आपां करनी चाहुंदे हाँ, जो कि कल भी मैं पोस्टर दे राहीं भी तुहाडे नाल सांझी कीती सी। आओ रल मिल के इस विषय नूं थोड़ा जिहा विचारदे हाँ। की कारण ਹਨ हमेशा ਚੰਗੀਆਂ ਚੀਜ਼ਾਂ ਨੂੰ ਬਦਨਾਮ ਕਰਨ ਦੀਆਂ ਜਾਂ ਉਹਨਾਂ ਪ੍ਰਤੀ ਗਲਤ ਫਹਿਮੀਆਂ ਪੈਦਾ ਕਰਨ ਦੀਆਂ ਲੰਮੇ ਸਮੇਂ ਤੋਂ ਕੋਸ਼ਿਸ਼ਾਂ ਜਾਰੀ ਰਹਿੰਦੀਆਂ ਹਨ। ਰੂਪ ਬਦਲ ਕੇ ਉਹਨੂੰ ਗੰਧਲਾ ਕਰਨ ਦਾ, ਉਹਨੂੰ ਆਪਣੀ ਮਰਜ਼ੀ ਨਾਲ ਢਾਲਣ ਦਾ, ਉਹਨੂੰ ਦਿਸ਼ਾਹੀਨ ਕਰਨ ਦਾ ਯਤਨ ਜਿਹੜਾ ਆ ਕੁਝ ਚਲਾਕ ਬਿਰਤੀ ਦੇ ਲੋਕਾਂ ਤੋਂ ਕੀਤਾ ਜਾਂਦਾ। ਭਾਵੇਂ ਕਿ ਉਸ 'ਤੇ ਲੈਵਲ ਜਿਹੜਾ ਆ ਉਹ ਧਰਮ ਦਾ ਲੈਵਲ ਜਿਹੜਾ ਆ ਉਹ ਸੂਝਵਾਨ ਹੋਣ ਦਾ ਲੈਵਲ ਜਿਹੜਾ ਆ ਉਹ ਬੜਾ ਆਪਣੇ ਆਪ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਵੀ ਜਿਵੇਂ ਅਸੀਂ ਬਹੁਤ ਜ਼ਿਆਦਾ ਕਿਸੇ ਚੀਜ਼ ਦੇ ਖੈਰ ਖੁਆਹ ਹੁੰਦੇ ਹਾਂ, ਵੀ ਸਾਨੂੰ ਬੜੀ ਉਹਦੀ ਪੀੜਾ ਹੁੰਦੀ ਹੈ, ਬੜੀ ਉਹਦੀ ਤੜਫ ਹੁੰਦੀ ਹੈ, ਅਸੀਂ ਉਹਦੇ ਲਈ ਜਦੋਜਹਿਦ ਕਰਦੇ ਹਾਂ। ਅਤੇ ਹੌਲੀ ਹੌਲੀ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਆ ਅਤੇ ਤੁਸੀਂ ਜਦੋਂ ਧਿਆਨ ਨਾਲ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋ ਤਾਂ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਜਿਹੜਾ ਡਬਲ ਫੇਸ ਆ, ਜਿਹੜੇ ਦੋਹਰੇ ਚਿਹਰੇ ਆ, ਜਿਹੜਾ ਦੋਗਲਾਪਨ ਆ, ਉਹ ਦਿਸਣਾ ਜਾਰੀ ਹੋ ਜਾਂਦਾ। ਅਤੇ ਜ਼ਰੂਰੀ ਹੁੰਦਾ ਵੀ ਤੁਸੀਂ ਇਹ ਸਿਆਣਪ ਹੁੰਦੀ ਹੈ, ਸਮਝ ਹੁੰਦੀ ਹੈ ਵੀ ਤੁਸੀਂ ਕਿਸੇ ਵੀ ਚੀਜ਼ ਨੂੰ ਬੜੇ ਧਿਆਨ ਨਾਲ ਸੁਣੋ, ਸਮਝੋ, ਜਾਣੋ ਅਤੇ ਫਿਰ ਉਹਦੇ ਬਾਰੇ ਜਦੋਂ ਗੱਲ ਸਾਡੇ ਗੁਰੂ ਸਾਹਿਬ 'ਤੇ, ਸਾਡੇ ਇਤਿਹਾਸ 'ਤੇ ਆ ਜਾਏ ਅਤੇ ਖਾਸ ਕਰਕੇ ਸਾਡੇ ਮਾਣਮੱਤੇ ਵਿਰਾਸਤ 'ਤੇ ਆ ਜਾਏ ਤਾਂ ਸਾਨੂੰ ਸਾਰਿਆਂ ਨੂੰ ਬੜੀ ਸੁਹਿਰਦਤਾ ਦੇ ਨਾਲ ਉਹਦੇ 'ਤੇ ਕੇਂਦਰਿਤ ਵੀ ਹੋਣਾ ਚਾਹੀਦਾ ਔਰ ਉਹਦੇ ਸਾਰਥਕ ਹੱਲ ਲੱਭਣ ਲਈ ਵੀ ਸਾਨੂੰ ਸੁਹਿਰਦਤਾ ਵਿਖਾਉਣੀ ਚਾਹੀਦੀ ਹੈ। ਤਾਂ ਉਹਦਾ ਜਿਹੜਾ ਆ ਉਹ ਸਾਨੂੰ ਸਾਰਿਆਂ ਨੂੰ ਪੱਖ ਜ਼ਰੂਰੀ ਧਿਆਨ ਨਾਲ ਸਮਝਣਾ ਚਾਹੀਦਾ। ਦੋ ਚੀਜ਼ਾਂ ਆ ਜਿਹਨੂੰ ਸਰੋਤੇ ਜਨ ਜਿਹੜੇ ਤੁਸੀਂ ਆਪ ਸੁਣ ਰਹੇ ਹੋ ਅੱਗੇ ਵੀ ਇਹਨੂੰ ਸ਼ੇਅਰ ਕਰਿਓ, ਸਾਂਝਾ ਕਰਿਓ ਤਾਂ ਕਿ ਆਪਾਂ ਨਿਊਟਰਲ ਜੇ ਮਾਈਂਡ ਨਾਲ ਬੜੇ ਜੈਨੂਅਨ ਤਰੀਕੇ ਨਾਲ ਇੱਕ ਪਾਸੜ ਹੋ ਕੇ ਨਹੀਂ ਵੀ ਅਸੀਂ ਕਿਸੇ ਧਿਰ ਨਾਲ ਜੁੜ ਕੇ ਉਸ ਚੀਜ਼ ਨੂੰ ਵੇਖਣਾ ਆ। ਧਿਰ ਵਾਲੀ ਐਨਕ ਲਾ ਕੇ ਵੇਖੋਗੇ ਤਾਂ ਫਿਰ ਕਦੀ ਵੀ ਕੋਈ ਚੀਜ਼ ਗਲਤ ਜਾਂ ਠੀਕ ਨਹੀਂ ਲੱਗਦੀ ਹੁੰਦੀ। ਫਿਰ ਸਾਨੂੰ ਆਪਣੀ ਧਿਰ ਵਾਲੀ ਗੱਲ ਹੀ ਠੀਕ ਲੱਗਦੀ ਹੁੰਦੀ ਹੈ ਅਤੇ ਫਿਰ ਦੂਜੀ ਧਿਰ ਦੀ ਗੱਲ ਕਿੰਨੀ ਵੀ ਠੀਕ ਕਿਉਂ ਨਾ ਹੋਵੇ, ਅਸੀਂ ਉੱਥੇ ਨਿਊਟਰਲ ਹੋ ਕੇ ਜਿਹੜੇ ਆ ਉਹ ਫੈਸਲਾ ਨਹੀਂ ਕਰ ਪਾਉਂਦੇ ਹੁੰਦੇ। ਸੋ ਗੱਲ ਇਤਿਹਾਸ ਦੀ ਆਪਾਂ ਕਰਦੇ ਹਾਂ। ਭਾਰਤ ਵਿੱਚ ਸਿੱਖ ਇਤਿਹਾਸ ਨੂੰ ਮਨੂਵਾਦ ਦਾ ਰੰਗ ਚੜ੍ਹਾਉਣ ਦੀ ਸ਼ੁਰੂ ਤੋਂ ਹੀ ਇੱਕ ਪਿਰਤ ਰਹੀ ਹੈ, ਇੱਕ ਸੁਭਾਅ ਰਿਹਾ ਆ ਲੋਕਾਂ ਦਾ ਵੀ ਇਹਨੂੰ ਮਨੂਵਾਦੀ ਵਿਚਾਰ ਦੇ ਵਿੱਚ ਕਨਵਰਟ ਕੀਤਾ ਜਾਵੇ, ਜਿਹਦੇ ਕਰਕੇ ਸਿੱਖ ਜਿਹੜੇ ਆ ਉਹਨਾਂ ਨੂੰ ਹੌਲੀ ਹੌਲੀ ਉਹਨਾਂ ਚੀਜ਼ਾਂ ਨਾਲ ਜੋੜਿਆ ਜਾਂਦਾ। ਜਿਵੇਂ ਕਿ ਇਕਬਾਲ ਸਿੰਘ ਵਰਗੇ ਬੰਦੇ ਵੀ ਲਵ ਕੁਸ਼ ਦੀ ਔਲਾਦ ਸਿੱਖਾਂ ਨੂੰ ਦੱਸ ਦਿੰਦੇ ਆ ਅਤੇ ਉਹਦੀਆਂ ਜਿਹੜੀਆਂ ਆ ਉਹ ਬੜੀਆਂ ਹਾਸੋਹੀਣੀਆਂ ਜਿਹੀਆਂ ਟਿੱਪਣੀਆਂ ਸਾਡੇ ਸਾਹਮਣੇ ਆਉਂਦੀਆਂ ਜਾਂ ਇੱਦਾਂ ਸਾਨੂੰ ਹੌਲੀ ਹੌਲੀ ਪੀੜ੍ਹੀ ਦਰ ਪੀੜ੍ਹੀ ਕਿਸੇ ਉਸ ਕਲਚਰ ਨਾਲ, ਉਸ ਸੱਭਿਆਚਾਰ ਨਾਲ ਜੋੜ ਦਿੱਤਾ ਜਾਂਦਾ ਜਿਹਦੇ ਨਾਲ ਸਾਡਾ ਦੂਰ ਦਾ ਵੀ ਵਾਹ ਵਾਸਤਾ ਨਹੀਂ ਹੁੰਦਾ। ਅਸੀਂ ਨਿਆਰੇਪਨ ਦੀ ਦੁਹਾਈ ਦਿੰਦੇ ਹਾਂ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਭ ਨਾਲੋਂ ਨਿਆਰੇਪਨ ਦੀ ਬਾਣੀ ਦੀ ਵਿਚਾਰਧਾਰਾ ਸਾਡੇ ਸਾਹਮਣੇ ਰੱਖਦੇ ਆ, ਜਿੱਥੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਈਵਨ ਏਕ ਓਂਕਾਰ ਲਿਖ ਦੇਣਾ ਹੀ ਅਸਲ ਵਿੱਚ ਸਾਡਾ ਸਾਰੀਆਂ ਚੀਜ਼ਾਂ ਨਾਲੋਂ ਲਿੰਕ ਟੁੱਟ ਜਾਣਾ ਆ। ਜਿਹਨੇ ਏਕ ਓਂਕਾਰ ਨੂੰ ਧਿਆਨ ਨਾਲ ਸਮਝ ਲਿਆ ਤਾਂ ਤੁਸੀਂ ਜੇ ਇਮਾਨਦਾਰੀ ਨਾਲ, ਜੇ ਜੈਨੂਅਨ ਹੋ ਕੇ ਤੁਸੀਂ ਸੋਚਦੇ ਹੋ ਤਾਂ ਸਾਡਾ ਕਿਸੇ ਵੀ ਚੀਜ਼ ਨਾਲ ਲਿੰਕ ਨਹੀਂ ਰਹਿ ਜਾਂਦਾ। ਅਸੀਂ ਇੱਕ ਅਕਾਲ ਦੇ ਪੁਜਾਰੀ ਬਣ ਜਾਂਦੇ ਹਾਂ। ਬਾਕੀ ਸਾਰੇ ਬੰਦੇ ਜਦੋਂ ਅਕਾਲ ਦੇ ਪੁਜਾਰੀ ਨਹੀਂ, ਉਹ ਦੇਵੀ ਦੇਵਤਿਆਂ ਦੇ, ਪੱਥਰਾਂ ਦੇ ਜਾਂ ਮਨ ਘੜਤ ਸਾਰੀਆਂ ਚੀਜ਼ਾਂ ਦੇ, ਤਾਂ ਸਾਡਾ ਨਿਆਰਾਪਨ ਉਹਦੇ 'ਚ ਜ਼ਾਹਰ ਹੁੰਦਾ ਆ, ਪ੍ਰਗਟ ਹੋ ਜਾਂਦੀ ਹੈ ਗੱਲ। ਪਰ ਇਹ ਜ਼ੋਰ ਪੂਰਾ ਲੱਗਾ ਰਹਿੰਦਾ ਵੀ ਸਿੱਖ ਜਿਹੜੇ ਆ, ਈਵਨ ਸਾਡੇ ਬਹੁਤ ਸਾਰੇ ਸਿੱਖ ਪਹਿਲੂਆਂ ਨੂੰ ਕੱਢ ਕੇ ਉਹਨਾਂ ਚੀਜ਼ਾਂ ਦੇ ਨਾਲ, ਜਿਵੇਂ ਮਤੀ ਦਾਸ ਜੀ ਨੂੰ ਕਿਸੇ ਹਿੰਦੂ ਘਰਾਣੇ ਵਿੱਚੋਂ ਪੇਸ਼ ਕਰਨਾ ਜਾਂ ਭਾਈ ਮਨੀ ਸਿੰਘ ਵਰਗਿਆਂ ਨੂੰ ਕਿਸੇ ਐਸੇ ਸ਼ਖਸੀਅਤ ਨਾਲ ਜੋੜ ਦੇਣਾ ਵੀ ਇਹਨਾਂ ਦਾ ਤਾਂ ਸੰਬੰਧ ਹੀ ਪਿਛੋਕੜ ਸਾਰਾ ਜਿਹੜਾ ਆ ਉਹ ਹਿੰਦੂਇਜ਼ਮ ਨਾਲ ਜੁੜਦਾ ਆ।
ਸੋ ਇਹ ਪ੍ਰਭਾਵ ਇੱਕ ਸਾਡੇ ਤੇ ਬਹੁਤ ਲੰਮਾ ਸਮਾਂ ਰਿਹਾ ਔਰ ਅਸੀਂ ਹੌਲੀ ਹੌਲੀ ਜਿੰਨਾ ਵੀ ਲੋਕਾਂ ਨੂੰ ਸਾਹਿਤਕ ਰੂਪ ਤੋਂ ਜਾਗਰਤ ਕਰ ਪਾਏ ਜਾਂ ਇਤਿਹਾਸ ਦੇ ਬਹੁਤ ਕੁਝ ਤੁਹਾਡੇ ਸਾਹਮਣੇ ਵੀ ਬੰਦਾ ਸਿੰਘ ਬਹਾਦਰ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਬੰਦਾ ਸਿੰਘ ਬਹਾਦਰ ਉਦਾਸੀ ਜਾਂ ਬੰਦਾ ਸਿੰਘ ਬਹਾਦਰ ਜਿਹੜਾ ਆ ਉਹ ਇਸ ਤਰ੍ਹਾਂ ਦਾ ਵੀ ਗੁਰੂ ਸਾਹਿਬ ਜੀ ਉਹਨੂੰ ਕਹਿੰਦੇ ਤੂੰ ਗ੍ਰਸਤ ਦਾ ਧਾਰਨੀ ਨਹੀਂ ਹੋਣਾ, ਤੂੰ ਕਦੇ ਵੀ ਰਾਜ ਕਾਇਮ ਨਹੀਂ ਕਰਨਾ, ਰਾਜਾ ਬਣ ਕੇ ਨਹੀਂ ਬੈਠਣਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਇਤਿਹਾਸ ਨਾਲ ਜੁੜਦੀਆਂ ਆ ਤਾਂ ਉਹ ਪੂਰੇ ਦਾ ਪੂਰਾ ਰੰਗ ਉਹਨੂੰ ਮਨੂਵਾਦ ਦਾ ਚਾੜਿਆ ਜਾਂਦਾ ਆ। ਤੇ ਜਿਹੜੇ ਬਹੁਤੇ ਇਤਿਹਾਸ ਨੂੰ ਆਪ ਨਹੀਂ ਪੜ੍ਹਦੇ ਜਾਂ ਇਤਿਹਾਸ ਪੜ੍ਹਨ ਦੀ ਕਈਆਂ ਦੀ ਰੁਚੀ ਨਹੀਂ ਹੁੰਦੀ ਜਾਂ ਕਈ ਬੰਦੇ ਇਸ ਤਰ੍ਹਾਂ ਨਾਲ ਵੀ ਸਾਨੂੰ ਸਮਝ ਨਹੀਂ ਲੱਗਦੀ ਇਤਿਹਾਸ, ਤੇ ਉਹਨੂੰ ਛੱਡ ਦਿੰਦੇ ਆ। ਫਿਰ ਉਹਨਾਂ ਕੋਲ ਇੱਕੋ ਹੀ ਆਪਸ਼ਨ ਬਚਦੀ ਹੁੰਦੀ ਆ ਵੀ ਉਹਨਾਂ ਨੂੰ ਜਿਹੜੀ ਚੀਜ਼ ਦੱਸੀ ਜਾਏਗੀ ਉਹਨੂੰ ਉੱਦਾਂ ਹੀ ਉਹ ਮੰਨ ਲੈਣਗੇ, ਜਾਂ ਜਿਹੜੀ ਚੀਜ਼ ਉਹ ਸੁਣਨਗੇ ਜਾਂ ਉਸੇ ਤਰ੍ਹਾਂ ਦੇ ਵਿਚਾਰ ਆਪਣੇ ਬਣਾ ਲੈਣਗੇ। ਉਹਨਾਂ ਨੇ ਬਾਣੀ ਦੇ ਰਾਹੀਂ ਸਹੀ ਅਰਥਾਂ ਵਿੱਚ ਇਤਿਹਾਸ ਨੂੰ ਸਮਝ ਕੇ ਆਪਣੇ ਵਿਚਾਰਾਂ ਨੂੰ ਜਿਹੜਾ ਆ ਉਹ ਬਾਣੀ ਦੇ ਐਂਗਲ ਤੋਂ ਕ੍ਰੀਏਟ ਨਹੀਂ ਕਰਨਾ ਹੁੰਦਾ, ਜਾਂ ਉਸ ਤਰ੍ਹਾਂ ਦੇ ਵਿਚਾਰ ਆਪਣੇ ਜਿਹੜੇ ਆ ਉਹ ਨਹੀਂ ਬਣਾਉਣੇ ਹੁੰਦੇ। ਉਹ ਬੰਦਿਆਂ ਦੇ ਪ੍ਰਭਾਵ ਹੇਠ ਹੀ ਜੀਂਦੇ ਨੇ। ਤੋ ਇਸ ਤਰ੍ਹਾਂ ਇੱਕ ਲੰਮਾ ਸਮਾਂ ਸਿੱਖ ਜਿਹੜੇ ਆ ਉਹ ਜਦੋਜਹਿਦ ਨਾਲ ਰਹੇ। ਤੇ ਅਸੀਂ ਜਦੋਂ ਇਤਿਹਾਸ ਦੇ ਪੰਨੇ ਤੁਸੀਂ ਫਰੋਲਦੇ ਹੋ ਵੀ ਗੁਰਦੁਆਰਿਆਂ 'ਚ ਗੱਦੀਆਂ ਲੱਗ ਜਾਣੀਆਂ, ਮੂਰਤੀਆਂ ਦਾ ਸਥਾਪਿਤ ਹੋ ਜਾਣਾ, ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਵਿਚਾਰਧਾਰਾ ਮਨੂਵਾਦੀ ਵਿਚਾਰਧਾਰਾ ਦੇ ਭਾਂਡੇ ਵਿੱਚ ਪਾ ਕੇ ਸਾਡੇ ਜੇਨ ਵਿੱਚ ਲਿਆਉਣੀ, ਤੇ ਹੌਲੀ ਹੌਲੀ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਰਾਹੀਂ ਜਾਂ ਸਾਡੇ ਵਿਚਾਰਵਾਨਾਂ ਦੇ ਰਾਹੀਂ ਜਿਹੜੇ ਬੰਦੇ ਪਿੰਡਾਂ ਵਿੱਚ ਬਾਣੀ ਦੀ ਵਿਚਾਰ ਕਰਦੇ ਰਹੇ, ਉਹਨਾਂ ਨੇ ਹੌਲੀ ਹੌਲੀ ਉਹ ਸਾਰੀਆਂ ਗੱਲਾਂ ਜਿਹੜੀਆਂ ਆ ਸਿੱਖਾਂ ਦੇ ਜ਼ਿਹਨ ਵਿੱਚ, ਸਿੱਖਾਂ ਦੀ ਖੋਪੜੀ ਵਿੱਚ ਪਾ ਦਿੱਤੀਆਂ ਤੇ ਸਾਡੇ ਬੰਦੇ ਉਹਨੂੰ ਉੱਦਾਂ ਹੀ ਮੰਨਣ ਲੱਗ ਪਏ। ਸਾਰਾ ਹਫ਼ਤਾ ਗੁਰਦੁਆਰੇ ਮੱਥਾ ਟੇਕਣ ਵਾਲੇ ਬੰਦੇ ਵੀਰਵਾਰ ਕਬਰ ਤੇ ਜਾ ਕੇ ਵੀ ਮੱਥਾ ਟੇਕ ਆਉਂਦੇ। ਸਾਰਾ ਹਫ਼ਤਾ ਗੁਰਦੁਆਰੇ ਮੱਥਾ ਟੇਕਣ ਵਾਲੇ ਬੰਦੇ ਮੰਗਲਵਾਰ ਘਰ ਵਿੱਚ ਕਿਸੇ ਦੀ ਜੋਤ ਵੀ ਜਗਾ ਲੈਂਦੇ, ਨਾਲੇ ਗੁਰਦੁਆਰੇ ਪੜ੍ਹ ਆਉਂਦੇ ਸਭ ਮੈਂ ਜੋਤ ਜੋਤ ਹੈ ਸੋਏ, ਤੇ ਨਾਲੇ ਘਰ ਆਣ ਕੇ ਕਿਸੇ ਮੰਗਲਵਾਰ ਕਿਸੇ ਹੋਰ ਦੀ ਜੋਤ ਵੀ ਜਗਾ ਲੈਂਦੇ। ਸ਼ਨੀਵਾਰ ਛੋਲਿਆਂ ਦਾ ਪ੍ਰਸ਼ਾਦ ਲੈ ਕੇ ਗੁਰਦੁਆਰਿਆਂ 'ਚ ਹਾਜ਼ਰ ਹੋ ਜਾਂਦੇ। ਸੋ ਇਹ ਸਾਰਾ ਕੁਝ ਸਿੱਖੀ ਦੇ ਵਿਹੜੇ ਵਿੱਚ ਮਨੂਵਾਦੀ ਵਿਚਾਰਧਾਰਾ ਦੇ ਨਾਲ ਆ ਗਿਆ। ਤੇ ਉਹਦੇ ਨਾਲ ਨਾਲ ਦੂਜੀ ਗੱਲ ਜਿਹੜੀ ਆ ਉਹ ਅੱਜ ਦੇ ਦੌਰ ਵਿੱਚ ਵੀ ਹੈ ਔਰ ਹਮੇਸ਼ਾ ਜਿਹੜੀ ਰਹੀ ਹੈ, ਉਹ ਇੱਕ ਇਹ ਰਹੀ ਵੀ ਇੱਕ ਤਾਂ ਆ ਵੀ ਇਹਨਾਂ ਨੂੰ ਮਨੂਵਾਦੀ ਵਿਚਾਰਧਾਰਾ ਦੇ ਨਾਲ ਪ੍ਰਭਾਵਿਤ ਕਰਕੇ ਤੇ ਉਹਨੂੰ ਇਸ ਤਰ੍ਹਾਂ ਨਾਲ ਇਹ ਰੰਗ ਚਾੜ ਕੇ ਸਿੱਖੀ ਨੂੰ ਗੰਧਲਾ ਕਰਨ ਦਾ ਪੁਰਜ਼ੋਰ ਯਤਨ ਕੀਤਾ ਜਾਏ। ਤੇ ਦੂਜੇ ਬੰਨੇ ਸਾਡੇ ਕੁਝ ਅਪਗ੍ਰੇਡ ਅਖਵਾਉਂਦੇ ਵੀਰ ਅੱਜ ਜਿਹੜੇ ਆ ਉਸੇ ਜਿਹਨੂੰ ਮਨੂਵਾਦੀ ਵਿਚਾਰਧਾਰਾ ਭਾਈ ਮਨੀ ਸਿੰਘ ਨੂੰ ਹਿੰਦੂਇਜ਼ਮ ਨਾਲ ਜੋੜ ਰਹੀ ਹੈ, ਤੇ ਦੂਜੇ ਬੰਨੇ ਜਿਹੜੇ ਇਹ ਵੀਰ ਆ ਇਹ ਭਾਈ ਮਨੀ ਸਿੰਘ ਵਰਗਿਆਂ ਨੂੰ, ਬਾਬਾ ਦੀਪ ਸਿੰਘ ਵਰਗਿਆਂ ਨੂੰ ਜਿਹੜਾ ਆ ਉਹ ਇਸ ਤਰ੍ਹਾਂ ਨਾਲ ਵੀ ਇਹ ਸਿੱਖੀ ਦੇ ਬਹੁਤ ਵੱਡੇ ਦੋਖੀ ਸਨ, ਸਿੱਖੀ ਦਾ ਇਹਨਾਂ ਨੇ ਬਹੁਤ ਵੱਡਾ ਨੁਕਸਾਨ ਕੀਤਾ। ਤੇ ਇਸ ਤਰ੍ਹਾਂ ਨਾਲ ਮਤਲਬ ਮਜਬੂਰੀ ਕੀ ਹੈ ਇਹ ਤਾਂ ਸਾਨੂੰ ਸਮਝ ਆਉਂਦਾ ਸਾਰਿਆਂ ਨੂੰ ਵੀ ਮਜਬੂਰੀ ਇੱਕੋ ਹੀ ਹੈ ਵੀ ਪਿੱਛੇ ਜਿਹੜਾ ਆ ਕੋਈ ਨਾ ਕੋਈ ਚੀਜ਼ ਕੰਮ ਕਰ ਰਹੀ ਹੈ। ਉਹ ਬੰਦਿਆਂ ਨੇ ਸ਼ਾਇਦ ਇਹ ਕਸਮ ਖਾਧੀ ਹੋਈ ਹੈ ਵੀ ਸਿੱਖੀ ਦੇ ਵਿਹੜੇ ਵਿੱਚ ਜਿਹੜੀਆਂ ਵੀ ਚੰਗੀਆਂ ਚੀਜ਼ਾਂ ਆ, ਜਿਹੜੀਆਂ ਮਨੂਵਾਦ ਤੋਂ ਬਚ ਗਈਆਂ, ਸਿੱਖਾਂ ਨੇ ਨਿਖਾਰ ਕੇ ਆਪਣੀਆਂ ਕੌਮ ਦੇ ਉਹਨਾਂ ਨੂੰ ਆਈਡੀਅਲ ਮੰਨ ਲਿਆ, ਉਹਨਾਂ ਨੂੰ ਹੀਰੋ ਮੰਨ ਲਿਆ, ਤੇ ਉਹਨਾਂ ਨੂੰ ਮਾਣ ਮੱਤੇ ਇਤਿਹਾਸ ਦਾ ਜਿਹੜਾ ਆ ਉਹ ਇੱਕ ਕਲਚਰ ਸਮਝ ਲਿਆ, ਉਹਨੂੰ ਅਸੀਂ ਇਸ ਰੂਪ ਵਿੱਚ ਬਦਨਾਮ ਕਰਨ ਦਾ ਪੂਰਾ ਜ਼ੋਰ ਕਰੀਏ ਵੀ ਲੋਕ ਕਹਿਣ ਅੱਛਾ ਜੀ ਮਨੀ ਜਿਹੜਾ ਬੰਦਾ ਯਾਰ ਸਿੱਖੀ ਲਈ ਬੰਦ ਕਟਾਉਂਦਾ, ਪਤਾ ਨਹੀਂ ਅੱਛਾ ਸਰੋਤੇ ਜਨ ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖਿਓ ਵੀ ਜੇ ਤੁਸੀਂ ਇਹਨਾਂ ਬੰਦਿਆਂ ਦੀ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਵੀ ਅਸੀਂ ਅਪਗ੍ਰੇਡ, ਇਸ ਮਹਿਕਮੇ ਦੀ ਸਭ ਤੋਂ ਵੱਡੀ ਜਿਹੜੀ ਕਮਜ਼ੋਰੀ ਹੈ ਇਹਨਾਂ ਦੀ ਮਾਨਸਿਕਤਾ ਵੇਖਿਓ ਕੀ ਹੈ। ਜਿਹੜਾ ਪੂਰੀ ਦੁਨੀਆ ਨੂੰ, ਪੂਰੇ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ KPS ਗਿੱਲ ਵਰਗਾ ਜਦੋਂ ਮਰਦਾ ਤੇ ਉਹਦੇ ਭੋਗ ਤੇ ਵੀ ਬੰਦੇ ਨਹੀਂ ਜਾਂਦੇ। ਕੀਰਤਨ ਕਰਨ ਵਾਲੇ ਬੰਦੇ, ਅਸੀਂ ਅਕਸਰ ਕੀਰਤਨ ਕਰਨ ਵਾਲਿਆਂ ਨੂੰ ਕਹਿੰਦੇ ਆ ਵੀ ਇਹ ਸਿਰਫ ਕੀਰਤਨ ਹੀ ਕਰਨਾ ਜਾਣਦੇ ਆ, ਬਹੁਤੀ ਸਮਝ ਨਹੀਂ ਇਹਨਾਂ ਨੂੰ ਰੱਖ, ਪਰ ਉੱਥੇ ਕੀਰਤਨ ਕਰਨ ਕੋਈ ਬੰਦਾ ਨਹੀਂ ਜਾਂਦਾ ਵੀ ਯਾਰ ਇਹਨੇ ਪੰਜਾਬ ਦੀਆਂ ਫਿਜ਼ਾਵਾਂ ਵਿੱਚ ਜ਼ਹਿਰ ਘੋਲਿਆ, ਸਾਡੀ ਜਵਾਨੀ ਦਾ ਘਾਣ ਕੀਤਾ ਇਸ ਬੰਦੇ ਨੇ। ਤੇ ਉਸ ਬੰਦੇ ਨੂੰ ਜਿਹੜੇ ਹੀਰੋ ਮੰਨ ਰਹੇ ਹੋਣ, ਜਿਹੜੇ ਉਸ ਬੰਦੇ ਨੂੰ ਆਪਣਾ ਆਈਡੀਅਲ ਮੰਨਦੇ ਹੋਣ, ਉਹਨੂੰ ਉਹ ਨਾਇਕ ਮੰਨਦੇ ਹੋਣ, ਤੇ ਉਹ ਕਹਿੰਦੇ ਹੋਣ ਵੀ KPS ਗਿੱਲ ਵਰਗੇ ਬੰਦੇ ਸਿੱਖਾਂ 'ਚ ਪੰਜਾਬ 'ਚ ਪੈਦਾ ਹੋਣੇ ਚਾਹੀਦੇ ਆ ਤਾਂ ਕਿ ਸਿੱਖਾਂ ਨੂੰ ਅਕਲ ਆ ਸਕੇ। ਯਾਰ ਇਹ ਬੰਦੇ ਸਾਨੂੰ ਦੱਸਣਗੇ ਵੀ ਇਤਿਹਾਸ ਕੀ ਹੈ, ਇਹ ਦੱਸਣਗੇ ਮਨੀ ਸਿੰਘ ਕੌਣ ਹੈ, ਇਹ ਸਾਨੂੰ ਦੱਸਣਗੇ ਵੀ ਦੀਪ ਸਿੰਘ ਕੌਣ ਸੀ। ਠੀਕ ਆ,
ਇਹਨਾਂ ਦੇ ਨਾਲ ਦੋਵੇਂ ਚੀਜ਼ਾਂ ਧਿਆਨ 'ਚ, ਮੈਂ ਦੋਵੇਂ ਪਹਿਲੂ ਤੁਹਾਡੇ ਧਿਆਨ 'ਚ ਰੱਖੀ। ਇੱਕ ਬੰਦੇ ਉਹ ਆ ਜਿਹੜੇ ਬੰਦੇ ਦੀਪ ਸਿੰਘ ਹੋਣਾ ਦੇ ਨਾਲ, ਮਨੀ ਸਿੰਘ ਹੋਣਾ ਦੇ ਨਾਲ ਕਰਾਮਾਤ ਜੋੜ ਕੇ ਇਸ ਤਰ੍ਹਾਂ ਦੀ ਵਿਆਖਿਆ ਕਰਦੇ ਆ, ਤੇ ਦੂਜੇ ਬੰਨੇ ਇਹ ਬੰਦੇ ਆ ਜਿਹੜੇ ਬੰਦੇ ਇਹ ਕਹਿਣ ਤੇ ਸਾਰਾ ਜ਼ੋਰ ਇਹਨਾਂ ਦਾ। ਅੱਛਾ, ਇੱਕ ਚੀਜ਼ ਹੋਰ ਵੇਖੋ ਵੀ ਇਹ ਦੋਗਲੀ ਨੀਤੀ ਕਿਵੇਂ ਵਰਤਦੇ ਆ। ਜੇ ਸੁਣਦੇ ਹੋਣ ਮੇਰੀ ਗੱਲ ਤਾਂ ਉਹਦਾ ਜਵਾਬ, ਕਿਉਂਕਿ ਜਵਾਬ ਇਹਨਾਂ ਕੋਲ ਗਾਲਾਂ ਆ। ਮੈਂ ਬੜੀ ਵਾਰ ਗੱਲ ਕਹੀ ਹੈ ਵੀ ਜਿਹੜੇ ਸਾਧ ਨੇ, ਜਿਹੜੇ ਸੰਪਰਦਾਇ ਨੇ, ਉਹਨਾਂ ਕੋਲ ਡਾਂਗਾ ਨੇ। ਉਹ ਬਸ ਜਿਹੜਾ ਬੰਦਾ ਇਦਾਂ ਦੀ ਗੱਲ ਕਰੇਗਾ ਡਾਂਗਾ ਚੁੱਕਣਗੇ, ਬੰਦੇ ਮਾਰਨ ਤੱਕ ਜਾਣਗੇ। ਇਹਨਾਂ ਕੋਲ ਗਾਲਾਂ ਨੇ। ਇਹਨਾਂ ਕੋਲ ਇੱਕੋ ਹੀ ਚੀਜ਼ ਆ ਵੀ ਇੰਨੀ ਘਟੀਆ ਸ਼ਬਦਾਵਲੀ ਵਰਤੋ, ਇੰਨਾ ਗੰਦਾ ਬੋਲੋ ਅਗਲੇ ਨੂੰ ਵੀ ਅਗਲਾ ਕਹੇ ਯਾਰ ਗੰਦ ਨੂੰ ਕਾਹਨੂੰ ਹੱਥ ਲਾਉਣਾ ਆ। ਉਹ ਠੀਕ ਆ, ਜੇ ਕੋਈ ਸਾਡੇ ਨਾਲ ਹੀ ਬੋਲੇ, ਮੇਰੇ ਬਾਰੇ ਹੀ ਬੋਲੇ, ਮੇਰੇ ਨਾਲ ਹੀ ਗੱਲ ਕਰੇ ਤਾਂ ਫਿਰ ਤਾਂ ਕੋਈ ਗੱਲ ਨਹੀਂ, ਆਪਾਂ ਬਰਦਾਸ਼ਤ ਕਰ ਸਕਦੇ ਹਾਂ, ਕਿਉਂਕਿ ਮੇਰੀ ਆਲੋਚਨਾ ਕਰਨੀ ਕੋਈ ਵੱਡੀ ਗੱਲ ਨਹੀਂ ਹੁੰਦੀ, ਕੀਤੀ ਜਾ ਸਕਦੀ ਹੈ। ਪਰ ਯਾਰ ਮੈਂ ਉਹਨਾਂ ਕ੍ਰਾਂਤੀਕਾਰੀ ਬੰਦਿਆਂ ਤੋਂ ਵੀ ਹੈਰਾਨ ਆ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਕ੍ਰਾਂਤੀਕਾਰੀ ਮੰਨਦੇ ਆ, ਪਰ ਇਹ ਬੰਦੇ ਜਦੋਂ ਇਤਿਹਾਸ ਦੇ ਵਿੱਚੋਂ ਇਹਨਾਂ ਨਾਇਕਾਂ ਨੂੰ ਘਟੀਆ ਸਾਬਤ ਕਰਦੇ ਆ, ਉਦੋਂ ਉਹਨਾਂ ਬੰਦਿਆਂ ਦੀ ਬੋਲਤੀ ਬੰਦ ਕਿਉਂ ਹੁੰਦੀ ਹੈ? ਕਿਉਂ ਬੰਦੇ ਇਦਾਂ ਜੁਰਤ ਨਹੀਂ ਕਰਦੇ ਵੀ ਨਹੀਂ ਯਾਰ ਅਸੀਂ ਸੱਚੇ ਪਾਤਸ਼ਾਹ, ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਪਿਆਰ ਕਰਨ ਵਾਲੇ ਆ, ਅਸੀਂ ਕਲਗੀਧਰ ਪਾਤਸ਼ਾਹ ਜੀ ਨੂੰ ਪਿਆਰ ਕਰਨ ਵਾਲੇ ਆ, ਅਸੀਂ ਇਸ ਵਿਰਾਸਤ ਨੂੰ ਪਿਆਰ ਕਰਨ ਵਾਲੇ ਆ, ਤੇ ਤੁਸੀਂ ਇਸ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਗੱਲਾਂ। ਔਰ ਫਿਰ ਇਹਨਾਂ ਦੀ ਬੇਈਮਾਨੀ ਜਿਹੜੀ ਆ, ਇਹ ਦੂਜਿਆਂ ਨੂੰ ਬੜੀ ਛੇਤੀ ਕਹਿਣਗੇ ਵੀ ਇਹ ਬੰਦੇ ਬੇਈਮਾਨ ਨੇ। ਇਹ ਕਿੰਨੇ ਬੇਈਮਾਨ ਨੇ? ਜੇ ਰਤਨ ਸਿੰਘ ਭੰਗੂ ਇਤਿਹਾਸ ਦੇ ਵਿੱਚ ਮਨੀ ਸਿੰਘ ਨੂੰ ਚੰਗਾ ਲਿਖਦੇ, ਇਹਨਾਂ ਨੂੰ ਬਿਲਕੁਲ ਚੰਗਾ ਨਹੀਂ ਲੱਗਦਾ। ਪਰ ਜੇ ਰਤਨ ਸਿੰਘ ਕੋਈ ਵੀ ਇਤਿਹਾਸਕਾਰ ਜਿਹੜਾ ਆ ਉਹ ਸਹੀ ਅਰਥਾਂ ਦੇ ਵਿੱਚ ਕੰਪਲੀਟ ਠੀਕ ਨਹੀਂ ਹੁੰਦਾ, ਇਤਿਹਾਸ ਖੋਜਣ ਦਾ ਵਿਸ਼ਾ ਹੁੰਦਾ ਆ। ਬਹੁਤ ਸਾਰੇ ਬੰਦਾ ਸਿੰਘ ਬਹਾਦਰ ਬਾਰੇ ਜਿੰਨਾ ਕੁਝ ਇਤਿਹਾਸਕਾਰਾਂ ਨੇ ਲਿਖਿਆ ਆ, ਉਹਨੂੰ ਇੰਨ ਬਿਨ ਨਹੀਂ ਮੰਨਿਆ ਜਾ ਸਕਦਾ। ਪ੍ਰਿੰਸੀਪਲ ਗੰਡਾ ਸਿੰਘ ਹੋਣਾ ਨੇ, ਕਰਮ ਸਿੰਘ ਹੋਣਾ ਨੇ ਬਹੁਤ ਸਾਰੀਆਂ ਚੀਜ਼ਾਂ ਬੰਦਾ ਸਿੰਘ ਬਹਾਦਰ ਦੇ ਨਾਲੋਂ ਲਾ ਕੇ ਪਰੇ ਮਾਰੀਆਂ ਵੀ ਇਹ ਠੀਕ ਨਹੀਂ ਹੈਗੀਆਂ, ਇਹ ਜੋੜੀਆਂ ਗਈਆਂ ਬੰਦਾ ਸਿੰਘ ਬਹਾਦਰ ਦੇ ਨਾਲ। ਯਾਰ ਇਹ ਇੰਨੇ ਬੰਦੇ ਬੇਅਕਲੇ ਆ, ਇਹਨਾਂ ਦੀ ਮਾਨਸਿਕ ਪੱਧਰ ਇੰਨਾ ਡਿੱਗਿਆ ਹੋਇਆ ਆ। ਤੇ ਜਿਹੜੇ ਬੰਦੇ ਇਦਾਂ ਤਰਲਾ ਜਿਹਾ ਲੈਣਗੇ, ਹਾਏ ਕੌਮ ਤੇ ਵਿਪਤਾ ਆ ਗਈ, ਹਾਏ ਕੌਮ ਮਰ ਚੱਲੀ ਹੈ, ਹਾਏ ਕੌਮ ਦੀ ਤਬਾਹੀ ਮਚਾ ਦਿੱਤੀ ਗਈ, ਤੇ ਉਹਨਾਂ ਨੂੰ ਇਹ ਨਹੀਂ ਦੱਸਦਾ, ਖੁੱਲਦੀ ਨਹੀਂ ਜ਼ੁਬਾਨ ਉਹਨਾਂ ਦੀ ਇਹਨਾਂ ਬਾਰੇ ਵੀ ਇਹ ਬੰਦੇ ਯਾਰ ਇਤਿਹਾਸ ਨੂੰ ਕਿਹੜੇ ਰੂਪ 'ਚ ਪੇਸ਼ ਕਰਨਾ ਚਾਹੁੰਦੇ ਆ। ਤੁਸੀਂ ਸੋਚ ਕੇ ਵੇਖੋ, ਇੱਕ ਬੰਦਾ ਮਾਤਾ ਸਾਹਿਬ ਕੌਰ ਦੇ ਨਾਲ ਇਹ ਜੋੜ ਰਿਹਾ ਵੀ ਮਾਤਾ ਸਾਹਿਬ ਕੌਰ ਔਰੰਗਜ਼ੇਬ ਨਾਲ ਰਲ ਕੇ ਬੰਦਾ ਸਿੰਘ ਬਹਾਦਰ ਨੂੰ ਕਤਲ ਕਰਾ ਰਹੀ ਹੈ। ਸ਼ਰਮ ਨਹੀਂ ਆਉਂਦੀ ਇਹਨਾਂ ਬੰਦਿਆਂ ਨੂੰ? ਤੇ ਜਿਹੜੇ ਕਹਿੰਦੇ ਵੀ ਸਾਨੂੰ ਦਰਦ ਹੈ, ਅਸੀਂ ਚਾਹੁੰਦੇ ਹਾਂ ਪੰਜਾਬ ਦਾ ਹਾਲਾਤ ਬਦਲੇ, ਉਹਨਾਂ ਨੂੰ ਨਹੀਂ ਪਤਾ ਲੱਗਦਾ। ਉਹ ਨਹੀਂ ਜਾਣਦੇ ਇਹ ਬੰਦੇ ਕੀ ਚਾਹੁੰਦੇ ਨੇ ਇਦਾਂ। ਸੋ ਠੀਕ ਹੈ, ਕਿਸੇ ਨੇ, ਬਹੁਤ ਸਾਰੇ ਬੰਦੇ ਨੇ ਬਾਬੇ ਨਾਨਕ ਬਾਰੇ ਵੀ ਗਲਤ ਲਿਖ ਦੇਣਗੇ, ਮੰਨ ਲਾਂਗੇ ਆਪਾਂ ਉਹਨਾਂ ਨੂੰ। ਬੜੇ ਬੰਦੇ ਆ, ਪਿੱਛੇ ਜੇ ਇੱਕ ਉਹ ਹਿੰਦੂ ਵੀਰ ਬਕਵਾਸ ਮਾਰਦਾ ਸੀ ਸਿੱਖਾਂ ਬਾਰੇ, ਤੇ ਮੰਨ ਲਈਏ ਉਹ ਗੱਲ ਉਹਦੀ, ਫਿਰ ਵੀ ਠੀਕ ਹੈ, ਉਹਨੇ ਲਿਖੀ ਹੈ, ਉਹਨੇ ਕਹਿਤੀ ਹੈ ਇਹ ਗੱਲ। ਜਿਹੜੀ ਚੀਜ਼ ਅੱਜ ਸੋਸ਼ਲ ਮੀਡੀਆ ਤੇ ਪੈ ਜਾਣੀ ਹੈ, ਜਿਹੜੀ ਅੱਜ ਤੁਸੀਂ ਇਹ ਬੜੀ ਕਹਿਣਗੇ ਜਿਹੜਾ ਆ ਇਹ ਇਤਿਹਾਸ ਬਣ ਜਾਣਾ, ਤੇ ਯਾਰ ਜਿਹੜੇ ਬੰਦੇ ਇਹ ਬਕਵਾਸ ਕਰਦੇ ਆ, ਜਿਹੜੇ ਬੰਦੇ ਇਦਾਂ ਦੀਆਂ ਝੱਲੀਆਂ ਮਾਰਦੇ ਆ, ਇਹ ਨਹੀਂ ਇਤਿਹਾਸ ਬਣਨਾ ਆਉਣ ਵਾਲੇ ਸਮੇਂ 'ਚ। ਪੁੱਛਣਗੀਆਂ ਨਹੀਂ ਆਉਣ ਵਾਲੀਆਂ ਪੀੜ੍ਹੀਆਂ ਵੀ ਆ ਯਾਰ ਤੁਹਾਡੇ ਬੰਦਿਆਂ ਨੇ ਬਕਾਇਦਾ ਜਿਹੜਾ ਆ ਉਹ ਬੋਲ ਕੇ ਪਾਇਆ ਹੋਇਆ ਵੀ ਮਾਤਾ ਸਾਹਿਬ ਕੌਰ ਜਿਹੜੀ ਆ ਬੰਦਾ ਸਿੰਘ ਬਹਾਦਰ ਨੂੰ ਕਤਲ ਕਰਾਉਣ ਵਾਲੀ ਸੀ। ਯਾਰ ਔਰੰਗਜ਼ੇਬ ਬਰੀ ਨਹੀਂ ਕਰਤਾ ਆਪਾਂ, ਅਸੀਂ ਸਾਰੇ ਦਾ ਸਾਰਾ ਜ਼ਕਰੀਆ ਖਾਨ ਅਸੀਂ ਸਾਰਾ ਨਿਊਟਰਲ ਨਹੀਂ ਕਰਕੇ ਰੱਖ ਦਾਂਗੇ। ਜਿਹੜਾ ਵਜ਼ੀਰ ਖਾਨ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਖਤਮ ਕਰਨ ਲਈ ਨਿੱਕੇ ਨਿੱਕੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਦਾ ਆ, ਤੇ ਸਾਹਿਬਜ਼ਾਦੇ ਹੱਸ ਕੇ ਨੀਹਾਂ 'ਚ ਚਿਣਾ ਲੈਂਦੇ ਆ ਆਪਣੇ ਆਪ ਨੂੰ, ਤੇ ਇਹ ਬੰਦੇ ਬਕਵਾਸ ਮਾਰਨ ਲੱਗੇ ਮਿੰਟ ਨਹੀਂ ਲਾਉਂਦੇ। ਕਲਗੀਆਂ ਵਾਲੇ ਦੇ ਬੱਚੇ ਥੋੜੀ ਜਾਣਾ ਚਾਹੁੰਦੇ ਸਨ ਮੈਦਾਨੇ ਜੰਗ ਵਿੱਚ। ਸਿੱਖਾਂ ਨੇ ਤਾਨੇ ਮਿਹਣੇ ਮਾਰੇ, ਉਹ ਜਾਓ ਤੁਸੀਂ, ਕਿਹੜੇ ਇਤਿਹਾਸਕਾਰ ਨੇ ਲਿਖਿਆ ਵੀ ਸਿੱਖਾਂ ਨੇ ਤਾਨੇ ਮਿਹਣੇ ਮਾਰੇ? ਕੋਈ ਦੱਸਣਗੇ, ਰੈਫਰੈਂਸ ਦੇਣਗੇ ਵੀ ਤਾਨੇ ਮਾਰੇ ਸਿੱਖਾਂ ਨੇ? ਕਿ ਸਿੱਖ ਦਾ ਨਾਂ ਦੱਸਣਗੇ? ਕਿਉਂ ਅਸੀਂ ਇਹਨਾਂ ਬੰਦਿਆਂ ਦੀ ਅੱਛਾ ਇੱਕ ਵੀ ਇਤਿਹਾਸਕਾਰ ਦਾ ਨਾਮ ਇਹ ਬੰਦੇ ਦੱਸ ਦੇਣ, ਇਹ ਜਿਹੜਾ ਆਪਣੇ ਆਪ ਨੂੰ ਕਹਿੰਦੇ ਸਾਨੂੰ ਬਹੁਤ ਅਕਲ ਹੈ, ਅਸੀਂ ਬਹੁਤ, ਸ਼ਾਇਦ ਰੱਬ ਨੇ ਇਲਹਾਮ ਇਹਨਾਂ ਦੀ ਝੋਲੀ 'ਚ ਹੀ ਪਾਇਆ। ਇਹ ਕੋਈ ਗੱਲ ਨਹੀਂ, ਕੋਈ ਦਾਵਾ ਨਹੀਂ ਹੈ ਨਛੱਤਰ ਸਿੰਘ ਦਾ ਵੀ ਜੋ ਮੈਂ ਕਹਿ ਰਿਹਾ ਠੀਕ ਹੋਏਗਾ, ਇਹਨੂੰ ਰੱਦ ਕੀਤਾ ਜਾ ਸਕਦਾ ਆ। ਕੋਈ ਗੱਲ ਨਹੀਂ, ਬੈਠੋ, ਬਹਿ ਕੇ ਗੱਲ ਕਰੋ, ਵਿਚਾਰੋ ਸਾਡੇ ਨਾਲ, ਬਾਣੀ ਦੇ ਲੈਵਲ ਤੇ ਗੱਲ ਕਰਕੇ ਵੇਖ ਲਓ।
ਇਤਿਹਾਸ ਨੂੰ ਤੁਸੀਂ ਜੇ ਇੱਕ ਇਤਿਹਾਸ ਵਿੱਚ 90% ਠੀਕ ਲਿਖਿਆ ਉਹ ਨਹੀਂ ਮੰਨਣਾ, ਜੇ 10% ਕਿਸੇ ਨੇ ਗਲਤ ਲਿਖਤਾ ਉਹਦੀਆਂ ਬਹੁਤ ਦਵਾਈਆਂ ਪਾਉਣੀਆਂ। 90% ਜਿਹੜਾ ਠੀਕ ਹੈ ਉਹਨੂੰ ਮੰਨ ਲਓ, 10% ਜਿਹੜਾ ਰਿਜੈਕਟ ਕਰ ਦਿਓ ਉਹਨੂੰ ਵੀ ਇਹ ਗਲਤ ਹੈ ਜੀ, ਇਹ ਨਹੀਂ ਮੰਨਿਆ ਜਾ ਸਕਦਾ। ਹਿੰਮਤ ਨਾਲ ਕਹੋ ਇਹ ਸਾਡਾ ਨਹੀਂ ਹੈ, ਇਹ ਲਿਖਿਆ ਗਿਆ ਆ ਧੱਕੇ ਨਾਲ। ਸਰੋਤੇ ਧਿਆਨ ਦੇਣ, ਤੁਹਾਡੇ ਧਿਆਨ ਹਿੱਤ ਗੱਲ ਲਿਆਉਣੀ ਚਾਹੁੰਦਾ। ਸਿੱਖਾਂ ਦਾ ਇਤਿਹਾਸ 3 ਬੰਦਿਆਂ ਨੇ ਲਿਖਿਆ ਆ। ਗੋਰਿਆਂ ਨੇ ਸਿੱਖਾਂ ਦਾ ਇਤਿਹਾਸ ਲਿਖਿਆ, ਆਰੀਅਨਾਂ ਨੇ ਸਿੱਖਾਂ ਦਾ ਇਤਿਹਾਸ ਲਿਖਿਆ, ਮੁਸਲਮਾਨ ਵੀਰਾਂ ਨੇ। ਹੁਣ ਮੈਨੂੰ ਦੱਸੋ, ਥੋੜਾ ਜਿਹਾ ਜੈਨੂਅਨ ਸੋਚਿਓ, ਦਾ ਨਿਊਟਰਲ ਜੇ ਹੋ ਕੇ ਸੋਚਿਓ, ਇੱਕ ਪਾਸੜ ਹੋ ਕੇ ਨਾ ਸੋਚਿਓ, ਜੈਨੂਅਨ ਸੋਚ ਕੇ ਦੱਸੋ ਇਹ ਤਿੰਨੇ ਬੰਦੇ ਸਿੱਖੀ ਦੇ ਵਿਰੋਧੀ ਨਹੀਂ ਰਹੇ? ਇਹ ਤਿੰਨਾਂ ਬੰਦਿਆਂ ਨੇ ਮਹੰਤ ਨਰੈਣ ਵਰਗੇ ਬੰਦੇ ਕਾਬਜ਼ ਨਹੀਂ ਕੀਤੇ ਗੁਰਦੁਆਰਿਆਂ 'ਚ ਲਿਆਣ ਕੇ ਵੀ ਸਿੱਖ ਨੂੰ ਮਾਰਨ ਦਾ ਇੱਕੋ ਹੀ ਸਾਧਨ ਹੈ ਵੀ ਇਹਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲੋਂ ਤੋੜ ਦਿੱਤਾ ਜਾਏ। ਤੇ ਜਿਹੜੇ ਬੰਦੇ ਅੱਜ ਸ਼ਰੇਆਮ ਇਹ ਗੱਲ ਕਹਿ ਰਹੇ ਆ ਵੀ ਗੁਰੂ ਗ੍ਰੰਥ ਸਾਹਿਬ 'ਚ ਕਿਹੜੀ ਐਸੀ ਗੱਲ ਲਿਖੀ ਹੈ ਵੀ ਇਹਨੂੰ ਗੁਰੂ ਮੰਨਿਆ ਜਾਏ, ਇਹ ਬੰਦੇ ਕਿਹਨਾਂ ਦੀ ਗੱਲ ਕਰਦੇ ਆ? ਜਿਹੜਾ ਇਤਿਹਾਸ ਸਾਡਾ ਗੋਰਿਆਂ ਨੇ ਲਿਖਿਆ, ਉਹਨਾਂ ਨੇ ਕਿਹਾ ਨਹੀਂ ਵੀ ਉਹਨਾਂ ਮਹੰਤ ਨਰੈਣ ਵਰਗੇ ਬੰਦੇ ਸਥਾਪਿਤ ਕਿਉਂ ਕੀਤੇ ਸਨ ਗੁਰਦੁਆਰਿਆਂ ਦੇ ਵਿੱਚ? ਭੁੱਲ ਗਈ ਇਹ ਗੱਲ ਸਾਨੂੰ? ਅਸੀਂ ਜਾਣਦੇ ਨਹੀਂ ਇਹ ਗੱਲਾਂ ਨੂੰ ਸਾਰੀਆਂ ਨੂੰ। ਤੇ ਜਿਹੜੇ ਸਾਡੇ ਨਾ ਡਬਲ ਮਾਈਂਡਡ ਜੇ ਬੰਦੇ, ਇੱਧਰ ਵੀ ਹੋ ਜਾਣਾ ਇੱਧਰ ਵੀ ਹੋ ਜਾਣਾ, ਉੱਦਾਂ ਕਹਿਣਾ ਵੀ ਸਿੱਖੀ ਦੀ ਚੜ੍ਹਦੀ ਕਲਾ ਪੰਜਾਬ ਦੇ ਵਿੱਚ ਹੋਵੇ, ਸਿੱਖ ਜਿਹੜੇ ਉਹ ਜਾਗਰਤ ਹੋਣ, ਸਿੱਖ ਸੰਪਰਦਾਇ ਖੱਡ ਵਿੱਚ ਨਾ ਡਿੱਗਣ। ਤੇ ਯਾਰ ਇਹ ਕਿਹੜੇ ਖੱਡ 'ਚ ਡਿੱਗਣਾ ਚਾਹੁੰਦੇ ਆ? ਇਸ ਖੱਡ 'ਚੋਂ ਕੌਣ ਕੱਢੇਗਾ? ਇਸ ਖੱਡ 'ਚੋਂ ਨਹੀਂ ਕੱਢਣ ਦਾ ਪਤਾ ਸਾਨੂੰ ਵੀ ਇਸ ਖੱਡ 'ਚੋਂ ਵੀ ਸਾਨੂੰ ਕੱਢਣਾ ਪੈਣਾ ਹੈ। ਸੰਪਰਦਾਇ ਖੱਡ ਵਿੱਚੋਂ ਵੀ ਕੱਢਣੇ ਪੈਣਗੇ ਬੰਦੇ। ਬੜਾ ਜ਼ੋਰ ਲਾ ਕੇ, ਔਰ ਮਿਸ਼ਨਰੀ ਕਾਲਜਾਂ ਨੇ, ਬਹੁਤ ਸਾਰੀਆਂ ਸੁਹਿਰਦ ਜਥੇਬੰਦੀਆਂ ਨੇ ਲੰਮਾ ਸਮਾਂ ਸੰਘਰਸ਼ ਕਰਕੇ ਆਪਣੇ ਮੋਢਿਆਂ ਤੇ ਲਿਟਰੇਚਰ ਚੁੱਕ ਕੇ ਕੱਲੇ ਬੰਦੇ ਨੂੰ ਜਾ ਕੇ ਕੱਢਿਆ ਆ ਯਾਰ, ਇਸ ਖੱਡ ਵਿੱਚੋਂ ਬਾਹਰ ਕੱਢਿਆ ਆ। ਲੋਕ ਸੋਚਣ ਲੱਗ ਪਏ ਆ, ਚੇਂਜ ਹੋਈ ਹੈ ਵਿਚਾਰਧਾਰਾ। ਪਰ ਤੁਸੀਂ ਹੁਣ ਕਹਿੰਦੇ ਹੋ ਵੀ ਜੇ ਵਿਚਾਰਧਾਰਾ ਚੇਂਜ ਹੋਈ ਹੈ, ਹੁਣ ਇਹ ਕਹੋ ਵੀ ਗੁਰੂ ਗ੍ਰੰਥ ਸਾਹਿਬ 'ਚ ਗਿਆਨ ਵਾਲੀ ਗੱਲ ਹੀ ਕੋਈ ਨਹੀਂ, ਗੁਰੂ ਗ੍ਰੰਥ ਸਾਹਿਬ 'ਚ ਗੁਰੂ ਕਹਿਣ ਵਾਲੀ ਗੱਲ ਕੋਈ ਨਹੀਂ ਹੋ ਸਕਦੇ ਯਾਰ ਗਿਆਨੀ ਅਸੀਂ। ਅੱਛਾ, ਸਾਨੂੰ ਤਾਂ ਕਹਿੰਦੇ ਰੁਕੇ ਨੇ ਇਹ ਬੰਦੇ, ਸਾਨੂੰ ਕਹਿੰਦੇ ਰੁਕ ਗਏ ਨੇ, ਕਿਉਂਕਿ ਰੁਕ ਤਾਂ ਗਏ ਨੇ, ਇਹ ਨਹੀਂ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ 'ਚ ਕਿਹੜਾ ਐਸਾ ਗਿਆਨ ਇਹਨੂੰ ਗੁਰੂ ਕਹੀਏ। ਯਾਰ ਅਸੀਂ ਇੱਥੇ ਰੁਕਣਾ ਹੀ ਹੈ, ਅਸੀਂ ਇਹਦੇ ਤੋਂ ਅੱਗੇ ਨਹੀਂ ਸੋਚ ਸਕਦੇ। ਅਸੀਂ ਸੋਚ ਲਓ ਤੁਸੀਂ। ਅੱਛਾ, ਹੁਣ ਕਹਿਣਗੇ ਲਓ ਜੀ ਇਹਦੇ ਤੋਂ ਅੱਗੇ ਸੋਚਣਾ ਨਹੀਂ ਚਾਹੁੰਦੇ। ਯਾਰ ਕਦੀ ਕਿਸੇ ਮਿਸ਼ਨਰੀ ਕਾਲਜ ਦੇ ਵੀਰ ਦੀ, ਕਦੀ ਸਾਡੀ ਕਿਤਿਓਂ ਵੀ ਕੋਈ ਸਟੇਟਮੈਂਟ ਕੱਢ ਕੇ ਲਿਆਇਓ, ਕੋਈ ਇੱਕ ਟਿੱਪਣੀ ਕੱਢ ਕੇ ਲਿਆਇਓ ਜਿੱਥੇ ਅਸੀਂ ਕਿਹਾ ਹੋਵੇ ਪੜ੍ਹਾਈ ਕਰਨੀ ਮਾੜੀ ਚੀਜ਼ ਹੈ। ਤੇ ਜੇ ਕਿਸੇ ਨੂੰ ਸ਼ੱਕ ਹੋਇਆ ਤੇ ਅਸੀਂ ਤੁਹਾਨੂੰ ਆਪਣੀਆਂ ਕੱਢ ਕੇ ਵਿਖਾ ਦਾਂਗੇ ਜਿੱਥੇ ਅਸੀਂ ਕਿਹਾ ਬੱਚਿਓ ਪੜ੍ਹੋ ਲਿਖੋ ਤਗੜੇ ਹੋ ਕੇ, ਆਪਣੇ ਆਪਣੇ ਅਹੁਦਿਆਂ ਨੂੰ ਸੰਭਾਲੋ, ਆਪਣੇ ਪੰਜਾਬ ਦਾ ਹਰ ਅਹੁਦਾ, ਪੰਜਾਬ ਦੇ ਹਰ ਅਹੁਦੇ ਤੇ ਸਾਡਾ ਇੱਕ ਸਿੱਖ ਚਿਹਰਾ ਬੈਠਾ ਹੋਵੇ, ਜਿਹਦੀ ਸੋਚ ਬਾਬੇ ਨਾਨਕ ਵਾਲੀ ਹੋਵੇ, ਜਿਹਦਾ ਸੋਚਣ ਸਮਝਣ ਦਾ ਢੰਗ ਬਾਬੇ ਨਾਨਕ ਵਾਲਾ ਹੋਵੇ, ਜਿਹੜਾ ਕਲਗੀਧਰ ਪਾਤਸ਼ਾਹ ਜੀ ਵਾਂਗ ਸੋਚਦਾ ਹੋਵੇ। ਇਦਾਂ ਦੇ ਬੰਦੇ ਚਾਹੀਦੇ ਨੇ, ਪੜ੍ਹੇ ਲਿਖੇ IPS ਲੈਵਲ ਦੇ ਬੰਦੇ ਚਾਹੀਦੇ। ਔਰ ਇਹ ਨਹੀਂ ਹਨ, ਵਰਲਡ ਭਰ ਵਿੱਚ ਬੰਦੇ ਬੈਠੇ ਆ, ਦੁਨੀਆ ਭਰ ਵਿੱਚ ਲੋਕ ਬੈਠੇ ਆ ਇੱਥੇ ਜਿਨ੍ਹਾਂ ਦਾ ਆਪਣਾ ਸਟਾਈਲ ਹੈ ਕੰਮ ਕਰਨ ਦਾ, ਜਿਨ੍ਹਾਂ ਨੇ ਬਾਬੇ ਨਾਨਕ ਤੋਂ ਇਹ ਸਿੱਖ ਲਿਆ ਜਿੱਥੇ ਨੀਚ ਸੰਭਾਲੀਏ। ਰਵੀ ਸਿੰਘ ਨਾਲ ਬਹਿ ਕੇ, ਸਤਿਕਾਰਯੋਗ ਸਰਦਾਰ ਰਵੀ ਸਿੰਘ ਨਾਲ ਇੱਦਾਂ ਬਹਿ ਕੇ ਆਪਾਂ ਗੱਲ ਕਰਾਂਗੇ, ਉਹਨੂੰ ਮੈਂ ਕਹਾਂ ਵੀ ਬਾਣੀ ਦੇ ਪ੍ਰਮਾਣ ਸੁਣਾਓ, ਕਹੇਗਾ ਵੀ ਨਹੀਂ ਮੈਨੂੰ ਆਉਂਦੇ, ਪਰ ਉਹਨੇ ਇੰਨੀ ਗੱਲ ਸਿੱਖ ਲਈ ਨਾ ਵੀ ਜਿੱਥੇ ਨੀਚ ਸੰਭਾਲੀਏ। ਇਸ ਗੱਲ ਨਾਲ ਪੂਰੀ ਦੁਨੀਆ ਦੇ ਵਿੱਚ ਬਾਬੇ ਨਾਨਕ ਦੇ ਅਕਸ਼ ਨੂੰ ਸਵਾਰਿਆ ਕਿ ਨਹੀਂ ਸਵਾਰਿਆ? ਬਾਬੇ ਨਾਨਕ ਦਾ ਚਿਹਰਾ ਬਦਲਿਆ ਕਿ ਨਹੀਂ ਬਦਲਿਆ? ਬਾਬੇ ਸੋਚਣ ਲੱਗ ਪਏ ਨਾ ਵੀ ਸਿੱਖ ਇਦਾਂ ਦੇ ਹੁੰਦੇ ਆ। ਤੇ ਸਾਡੀ ਬਦਕਿਸਮਤੀ ਇਹ ਹੈ ਵੀ ਅਸੀਂ ਜਦੋਂ ਸਿੱਖ ਕਿਸੇ ਨੂੰ ਪੇਸ਼ ਕਰਨਾ ਵੀ ਪੱਗ ਵਾਲਾ, ਦਾੜੀ ਵਾਲਾ, ਤਾਂ ਅਸੀਂ ਕਹਿੰਦੇ ਸੁੱਚਾ ਸਿੰਘ ਲੰਗਾਹ ਵਰਗਾ ਬੰਦਾ ਵੇਖੋ। ਯਾਰ ਇਹੋ ਜਿਹੇ ਬੰਦੇ ਥੋੜੀ ਪੇਸ਼ ਕਰਨੇ ਆ ਅਸੀਂ। ਸੋ ਇਸ ਲਈ ਇਹ ਜਿਹੜੀ ਗੱਲ ਆ ਇਹਨੂੰ ਥੋੜੇ ਜਿਹੇ ਧਿਆਨ ਨਾਲ ਸਮਝਿਓ, ਥੋੜੇ ਜਿਹੇ ਗੌਰ ਨਾਲ ਕਰਨ ਜਵਾਬ ਦੇਣ। ਇਹਨਾਂ ਗੱਲਾਂ ਕੁੱਤਿਆ ਬਿੱਲਿਆ ਕਰਨਾ ਨਹੀਂ ਹੈ ਵੀ ਹਰਾਮ ਦੇ ਕਹਿ ਦਿਓ, ਕੁੱਤੇ ਬਿੱਲੇ ਕਰ ਲਓ, ਇਦਾਂ ਨਹੀਂ। ਗੱਲਾਂ ਦੇ ਜਵਾਬ ਦਿਓ। ਇੱਕ ਇਤਿਹਾਸਕਾਰ ਦਾ ਨਾਂ ਦੱਸਣ, ਜਿਸ ਇਤਿਹਾਸਕਾਰ ਦਾ ਨਾਂ ਲੈ ਕੇ ਬੰਦੇ ਕਹਿ ਸਕਦੇ ਹੋਣ ਇਹ ਵੀ ਆਹ ਇਤਿਹਾਸਕਾਰ ਹੈ ਜਿਹੜਾ, ਇਸ ਇਤਿਹਾਸਕਾਰ ਨੇ ਬਿਲਕੁਲ ਸਾਨੂੰ ਦੱਸਿਆ ਵੀ ਬਾਬੇ ਨਾਨਕ ਦਾ ਜਨਮ 1469 ਵਿੱਚ। ਇੱਕ ਇਤਿਹਾਸਕਾਰ ਦਾ ਨਾਂ ਦੱਸਣ ਜਿਹਦੇ 'ਚ ਇਹ ਗੱਲ ਲਿਖੀ ਹੋਵੇ ਵੀ ਜਿਨ੍ਹਾਂ ਨੇ ਇਹ, ਤੇ ਉਹਨੇ ਇਹ ਜਿਹੜਾ ਇਤਿਹਾਸਕਾਰ ਇਹ ਦੱਸਣ ਉਹਦੇ 'ਚ 1% ਗਲਤੀ ਨਹੀਂ ਹੋਏਗੀ। ਦੱਸਣ
ਸੋ ਫਿਰ ਹੰਸ ਬਿਰਤੀ ਲਾਉਣੀ ਪੈਣੀ ਆ ਨਾ ਤੁਹਾਨੂੰ, ਵੀ ਲਿਖਿਆ ਤੁਹਾਨੂੰ ਸਾਰਾ ਕੁਝ ਮਿਲ ਜੂਗਾ। ਇਸਲਾਮ ਵਾਲੇ ਵੀਰ ਲਿਖਣਗੇ ਯਾਰ, ਬੂਟੇ ਸ਼ਾਹ ਵਰਗੇ ਬੰਦੇ ਸਾਡਾ ਇਤਿਹਾਸ ਲਿਖਣਗੇ ਤੇ ਉਹ ਸਿੱਖਾਂ ਦੀ ਤਾਰੀਫ ਕਰ ਦੇਣਗੇ। ਜਿਹੜੇ ਬੰਦੇ ਪਹਿਲੀ ਵਾਰ ਜਦੋਂ ਲੁਧਿਆਣੇ ਗੋਰਿਆਂ ਨੇ ਇਤਿਹਾਸ ਲਿਖਣ ਦੀ ਗੱਲ ਕੀਤੀ ਤਾਂ ਕਿਹਾ ਵੀ ਸਾਨੂੰ ਸਿੱਖਾਂ ਦਾ ਇਤਿਹਾਸ ਕੋਈ ਦੱਸੇ, ਤੇ ਸਭ ਤੋਂ ਪਹਿਲਾਂ ਡਿਊਟੀ ਜਿਹੜੀ ਇਤਿਹਾਸ ਲਿਖਣ ਦੀ ਉਹ ਬੂਟੇ ਸ਼ਾਹ ਦੀ ਲੱਗਦੀ ਹੈ। ਤੇ ਇਹ ਗੱਲ ਰਤਨ ਸਿੰਘ ਭੰਗੂ ਦੇ ਕੰਨਾਂ 'ਚ ਪੈਂਦੀ ਹੈ। ਰਤਨ ਸਿੰਘ ਭੰਗੂ ਜਿਹੜਾ ਆ ਉਹ ਨੋਰਮਲ ਖੇਤੀਬਾੜੀ ਕਰਨ ਵਾਲਾ ਬੰਦਾ ਆ, ਪਰ ਉਹਨੇ ਸੁਣਿਆ ਵੀ ਸਾਡੇ ਬਾਰੇ ਬੂਟੇ ਸ਼ਾਹ ਦੱਸੇਗਾ, ਇਸਲਾਮ ਨਾਲ ਸੰਬੰਧ ਰੱਖਦਾ ਵੀਰ। ਉਹ ਬੰਦਾ ਵਾਹੋ ਦਾ ਹੀ ਉਸ ਵੇਲੇ ਜਿੰਨੇ ਕੁ ਉਹਦੇ ਕੋਲ ਸਾਧਨ ਸਨ, ਉਹ ਗੋਰੇ ਉਹ ਅਫਸਰ ਨੂੰ ਮਿਲ ਕੇ ਕਹਿੰਦਾ ਵੀ ਕਮਾਲ ਹੈ, ਜਿਨ੍ਹਾਂ ਦੇ ਨਾਲ ਸਾਡੀ ਪੂਰੀ 150 ਸਾਲ ਤਲਵਾਰ ਖੜਕਦੀ ਰਹੀ ਹੈ, ਉਹ ਸਾਡੇ ਬਾਰੇ ਲਿਖੂਗਾ, ਉਹਦਾ ਪੁਆਇੰਟ ਆਫ ਵਿਊ ਕੀ ਹੋਊਗਾ, ਉਹ ਕਿਹੜੇ ਨਜ਼ਰੀਏ ਤੋਂ ਲਿਖੂਗਾ? ਵੀ ਉਹਦਾ ਤਾਂ ਲਿਖਣ ਦਾ ਢੰਗ ਹੀ ਠੀਕ ਨਹੀਂ ਹੋਣਾ, ਉਹ ਕਿਸ ਐਂਗਲ ਤੋਂ ਲਿਖੂਗਾ ਸਾਡੇ ਬਾਰੇ। ਤਾਂ ਇਸ ਲਈ ਉਹ ਕਹਿੰਦੇ ਠੀਕ ਹੈ ਫਿਰ ਤੂੰ ਲਿਖ ਦੇ। ਰਤਨ ਸਿੰਘ ਭੰਗੂ ਨੇ ਕਿਹਾ ਠੀਕ ਹੈ ਮੈਂ ਲਿਖੂੰਗਾ। ਯਾਰ ਇਹਨਾਂ ਹਾਲਾਤਾਂ 'ਚ ਜਿਹੜੇ ਬੰਦਿਆਂ ਨੇ ਲਿਖਣਾ ਸ਼ੁਰੂ ਕੀਤਾ, ਜੇ ਉਹਨਾਂ ਨੇ ਲਿਖਿਆ ਤਾਂ ਉਹਨਾਂ 'ਚ ਗਲਤੀਆਂ ਹੋ ਸਕਦੀਆਂ। 200 ਸਾਲ ਪਹਿਲਾਂ ਦੀ, 300 ਸਾਲ ਪਹਿਲਾਂ ਜਿਹੜੀ ਗੱਲ ਲਿਖੀ ਗਈ ਹੈ ਉਹਨੂੰ ਅੱਜ ਦੀ ਕਸਵੱਟੀ ਤੇ ਉਹਦੇ 'ਚ ਗਲਤੀਆਂ ਊਣਤਾਈਆਂ ਰਹਿ ਸਕਦੀਆਂ। ਜਾਂ ਫਿਰ ਇੱਕ ਵੀ ਸਾਹਿਤਕਾਰ ਦਾ ਨਾਂ ਲੈ ਦੇਣ ਵੀ ਐਸ ਸਾਹਿਤਕਾਰ ਨੂੰ ਪੜ੍ਹ ਲਓ, ਇਹਦੇ 'ਚ ਇੱਕ ਵੀ ਊਣਤਾਈ ਨਹੀਂ ਹੈ। ਅੱਛਾ ਫਿਰ ਕਹਿਣਗੇ ਛੱਡ ਦੋ ਇਤਿਹਾਸ, ਛੱਡ ਦੋ ਇਤਿਹਾਸ। ਵਾਹ ਕਮਾਲ ਹੈ। ਇਹਨਾਂ ਦੀ ਦੋਗਲੀ ਨੀਤੀ ਤੋਂ ਹੈਰਾਨ ਆ, ਦੂਜਿਆਂ ਨੂੰ ਬਹੁਤ ਛੇਤੀ ਕਹਿ ਦਿੰਦੇ ਆ ਇਹਨਾਂ ਦੀ ਦੋਗਲੀ ਨੀਤੀ। ਇਤਿਹਾਸ ਛੱਡ ਦੇਣਾ ਚਾਹੀਦਾ। ਅੱਛਾ ਜਿਹੜੇ ਇਤਿਹਾਸ ਨੂੰ ਛੱਡ ਦੇਣਾ ਚਾਹੀਦਾ ਉਹਦੇ 'ਚ ਜੇ ਮਨੀ ਸਿੰਘ ਬਾਰੇ ਕਿਤੇ ਮਾੜਾ ਲਿਖਿਆ ਲੱਭ ਜਾਏ, ਕਹਿਣਗੇ ਆਹ ਵੇਖੋ ਇਤਿਹਾਸ 'ਚ ਲਿਖਿਆ ਮਨੀ ਸਿੰਘ ਕਿੰਨਾ ਭੈੜਾ ਬੰਦਾ ਸੀ। ਕਮਾਲ ਆ ਯਾਰ। ਉਸੇ ਇਤਿਹਾਸ 'ਚ ਇਹ ਵੀ ਲਿਖਿਆ ਵੀ ਮਨੀ ਸਿੰਘ ਜਿਹੜਾ ਆ ਉਹ ਬਹੁਤ ਕਮਾਲ ਦਾ ਬੰਦਾ ਸੀ, ਉਹਨੇ ਪੰਜਾਬ ਦੇ ਹਿੱਤ ਲਈ ਬਹੁਤ ਕੰਮ ਕੀਤਾ ਆ। ਉਹਨੇ ਆਪਣੀ ਮੁਗਲ ਸਲਤਨਤ ਦੀ ਸਭ ਤੋਂ ਵੱਡੀ ਇੱਕ ਉਸ ਵੇਲੇ ਪਾਰਲੀਮੈਂਟ ਬੈਠਦੀ ਹੈ, ਇੱਦਾਂ ਕਹਿ ਲਓ ਵੀ ਲਾਹੌਰ ਵਿੱਚ ਪਾਰਲੀਮੈਂਟ ਬੈਠਦੀ ਹੈ ਇੱਦਾਂ ਉਸ ਵੇਲੇ ਦੀ, ਇੱਦਾਂ ਬਹੁਤ ਵੱਡੀ ਉਹਨਾਂ ਦੀ ਮੂਰੀ ਮੁਗਲ ਹਕੂਮਤ ਇਕੱਠੀ ਹੋ ਕੇ ਕਹਿੰਦੀ ਯਾਰ ਸਿੱਖ ਖਤਮ ਕਿਵੇਂ ਹੋਣਗੇ। ਤੇ ਉਹਨਾਂ ਵੀਰਾਂ ਵਿੱਚ ਇੱਕ ਵੀਰ ਕਹਿੰਦਾ, ਬਜ਼ੁਰਗ ਬਾਪੂ ਕਹਿੰਦਾ ਸਿੱਖ ਨਹੀਂ ਮੁੱਕਣੇ ਤੁਹਾਡੇ ਤੋਂ। ਕਹਿੰਦੇ ਕਿਉਂ? ਕਹਿੰਦੇ ਜਿਸ ਕੌਮ ਵਿੱਚ ਮਨੀ ਸਿੰਘ ਵਰਗੇ ਬੰਦੇ ਜੀਂਦੇ ਨੇ ਨਾ, ਜਿੰਨਾ ਚਿਰ ਤੱਕ ਇਹ ਬੰਦੇ ਮਨੀ ਸਿੰਘ ਵਰਗੇ ਬੰਦੇ ਜੀਂਦੇ ਆ, ਉਹਨਾਂ ਚਿਰ ਤੱਕ ਤੁਸੀਂ ਇਸ ਕੌਮ ਦੀ ਵਾਹ ਵੱਲ ਵੀ ਨਹੀਂ ਵੇਖ ਸਕਦੇ। ਇਹ ਨਹੀਂ ਪੜ੍ਹਦੇ ਇਤਿਹਾਸ, ਇਹ ਨਹੀਂ ਸੁਣਦੇ ਇਤਿਹਾਸ। ਇਹ ਕਿਉਂ ਨਹੀਂ ਪੜ੍ਹਿਆ ਜਾ ਸਕਦਾ? ਇਹ ਪੜ੍ਹ ਕੇ ਸੁਣਾਓ ਲੋਕਾਂ ਨੂੰ ਵੀ ਆਹ ਵੇਖੋ ਮਨੀ ਸਿੰਘ ਬਾਰੇ ਕੀ ਲਿਖਿਆ ਹੈ। ਦੂਜੇ ਬੰਦੇ ਨੇ ਜਿਹੜਾ ਦੁਸ਼ਮਣ ਹੈ ਸਾਡਾ, ਉਹਨੇ ਮਨੀ ਸਿੰਘ ਬਾਰੇ ਕੀ ਲਿਖਿਆ? ਨਾ ਮਤਲਬ ਨਹੀਂ ਬਣਦਾ, ਕਿਉਂਕਿ ਇਹਨਾਂ ਦੀ ਆਦਤ ਇਹ ਹੈ, ਇਹਨਾਂ ਨੇ ਘਟੀਆ ਪੇਸ਼ ਕਰਨਾ ਹੈ। ਤੇ ਸੜ ਜਾਏ ਜ਼ੁਬਾਨ ਇਹਨਾਂ ਦੀ, ਕਦੇ ਵੀ ਪੰਜਾਬ ਦੇ ਉਸ ਦੁਖਾਂਤ ਬਾਰੇ ਜਾਂ ਸੜ ਜਾਣ ਜ਼ੁਬਾਨਾਂ ਇਹਨਾਂ ਦੀਆਂ, ਜਿਹੜੇ ਤਰਲੇ ਜਿਹੇ ਲੈ ਕੇ ਕਹਿਣਗੇ ਹਾਏ ਕੌਮ ਨਾਲ ਧੱਕਾ, ਹਾਏ ਕੌਮ ਨੂੰ ਨੁਕਸਾਨ ਪਹੁੰਚ ਗਿਆ, ਹਾਏ ਸਾਨੂੰ ਵੀ ਹੋ ਨਾ ਇਕੱਠੇ, ਫਿਰ ਦਿਓ ਕਰੋ ਫੈਸਲਾ। ਇਹੋ ਜਿਹੇ ਬੰਦੇ ਯਾਰ ਕਿਉਂ ਏਦਾਂ ਧੱਕਾ ਕਰਦੇ ਆ? ਇਹ ਹਿਸਟਰੀ ਨਾਲ ਧੱਕਾ ਨਹੀਂ ਦਿਸਦਾ ਤੁਹਾਨੂੰ? ਇਹ ਨਹੀਂ ਨਜ਼ਰ ਆਉਂਦੀਆਂ ਗੱਲਾਂ? ਬਹੁਤ ਕੁਝ ਸੋਚਿਆ ਸਮਝਿਆ ਜਾ ਸਕਦਾ। ਸੋ ਜੈਨੂਅਨ ਹੋ ਕੇ ਸੋਚੋ, ਨਿਊਟਰਲ ਜੇ ਹੋ ਕੇ ਸੋਚੋ। ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਨਾਲ ਸਮਝਣ ਦੀ ਲੋੜ ਹੈ। ਨਾ ਮਨੂਵਾਦ ਦਾ ਰੰਗ ਚੜ੍ਹਨ ਦੇਣਾ ਅਸੀਂ, ਤੇ ਨਾ ਵਿਵੇਕਾਨੰਦੀਆਂ ਦਾ ਰੰਗ ਚੜ੍ਹਨ ਦੇਣਾ, ਨਾ ਓਸ਼ੋ ਦਾ ਰੰਗ ਚੜ੍ਹਨ ਦੇਣਾ। ਇੱਥੇ ਮਨੂਵਾਦ ਦਾ ਰੰਗ ਦੋਵੇਂ ਬੰਨੇ। ਜੇ ਮਨੂਵਾਦ ਵਾਲੇ ਆਉਣਗੇ ਨਾ, ਉਹਨਾਂ ਨੂੰ ਸਾਹਮਣੇ ਖੜੇ ਵੀ ਦਿਸਾਂਗੇ, ਬਾਬੇ ਨਾਨਕ ਦੇ ਪੋਤਾ ਦਿਸਣਗੇ। ਨਹੀਂ ਸਾਡੇ ਕੋਲ ਸਹੂਲਤਾਂ ਬਹੁਤ ਵਧੀਆ, ਨਹੀਂ ਸਾਡੇ ਕੋਲ ਸਾਧਨ, ਜਿੰਨੇ ਜੋਗੇ ਆ ਨਾ, ਜਿੰਨੇ ਜੋਗੇ ਆ ਹਿੱਕ ਤਾਣ ਕੇ ਖੜਾਂਗੇ ਮਿੱਤਰੋ ਸਾਹਮਣੇ, ਜਿੰਨੇ ਜੋਗੇ ਆ ਬਸ। ਹਾਂ ਜੇ ਕੋਈ ਮਨੂਵਾਦ ਦਾ ਰੰਗ ਚਾੜਨਾ ਚਾਹੁੰਦਾ ਤਾਂ ਵੀ ਖੜੇ ਆ, ਕੱਢ ਲਿਓ ਗਾਲਾਂ, ਜੋ ਮਰਜ਼ੀ ਕਰ ਲਿਓ। ਜੇ ਐਂ ਲੱਗਦਾ ਤੁਹਾਨੂੰ ਵੀ ਉਹ ਯਾਰ ਡੰਗਾਂ ਵਾਲਿਆਂ ਤੋਂ ਨਹੀਂ ਡਰੇ ਅਸੀਂ, ਇਹਨਾਂ ਨੂੰ ਲੱਗਦਾ ਡਰ ਜਾਣਗੇ ਬੰਦੇ, ਐ ਨਾ ਮਤਲਬ ਡਰਾ ਦਾਂਗੇ ਇਹਨਾਂ ਨੂੰ। ਨਾ ਭਾਈ, ਡਰਨਾ ਨਹੀਂ ਅਸੀਂ, ਤੇ ਡਰਾਏ ਜਾਣੇ ਨਹੀਂ ਤੁਹਾਡੇ ਤੋਂ। ਪਰ ਜਦੋਂ ਕੋਈ ਸਾਡੇ ਗੁਰੂ ਸਾਹਿਬ ਬਾਰੇ ਗੱਲ ਕਰੂਗਾ, ਸਾਡੇ ਇਤਿਹਾਸ ਬਾਰੇ ਗੱਲ ਕਰੂਗਾ, ਹਾਂ ਜੇ ਹਿੰਮਤ ਹੋਵੇ ਤਾਂ ਉਹਨਾਂ ਸਾਰੀਆਂ ਚੀਜ਼ਾਂ ਦੇ ਜਵਾਬ ਦਿਓ, ਬਹਿ ਕੇ ਗੱਲ ਕਰਿਓ ਕਦੇ। ਸੋ ਇਸ ਲਈ ਸਾਨੂੰ ਸਾਰਿਆਂ ਨੂੰ ਬੜੀ ਸੁਹਿਰਦਤਾ ਦੇ ਨਾਲ ਗੁਰੂ ਕੇ ਪਿਆਰ ਵਾਲਿਓ, ਜਿਹੜੇ ਵੀ ਦੁਨੀਆ ਭਰ ਵਿੱਚ ਵੱਸਦੇ ਪੰਜਾਬੀ ਹੋ, ਜਿੰਨੇ ਕੁ ਵੀ ਬੰਦੇ ਹੋ, ਜੈਨੂਅਨ ਸੋਚਦੇ ਹੋ,
ਯਾਰ ਜਿਹੜੇ KPS ਗਿੱਲ ਨੂੰ ਹੀਰੋ ਮੰਨਦੇ ਆ, ਇਹ ਸਿੱਖਾਂ ਦੇ ਖੈਰ ਖਵਾ ਹੋਣਗੇ? ਜਿਨ੍ਹਾਂ ਨੂੰ ਮਨੀ ਸਿੰਘ ਬੰਦਾ ਭੈੜਾ ਲੱਗਦਾ ਤੇ KPS ਗਿੱਲ ਚੰਗਾ ਲੱਗਦਾ, ਯਾਰ ਹੱਦ ਨਹੀਂ ਹੋ ਗਈ? ਜਿਨ੍ਹਾਂ ਨੂੰ ਛੋਟੇ ਛੋਟੇ ਬੱਚੇ ਨੀਹਾਂ 'ਚ ਚਿਣਾਉਣ ਵਾਲੀ ਮਾਂ, ਜਿਨ੍ਹਾਂ ਨੂੰ ਕਲਗੀਆਂ ਵਾਲੇ ਕਹਿ ਦਿੰਦੇ ਵੀ ਕੋਈ ਨਹੀਂ, ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁਤ ਚਾਰ ਮੁਏ ਤੋਂ ਕਿਆ ਹੁਆ, ਉਹ ਕਹਿੰਦੀ ਸਾਰੇ ਹੀ ਮੇਰੇ ਪੁੱਤ ਨੇ, ਤੇ ਉਹਨੇ ਆਪਣੇ ਪੁੱਤ ਫੜਾਤੇ ਯਾਰ ਕਿਸੇ ਨਾਲ ਰਲ ਕੇ। ਸ਼ਰਮ ਨਹੀਂ ਆਉਂਦੀ? ਸੁਣਨ ਵਾਲਿਆਂ ਨੂੰ ਨਹੀਂ ਆਉਂਦੀ? ਤੇ ਜਿਹੜੇ ਬੰਦੇ ਇਹ ਕਹਿੰਦੇ ਆ ਵੀ ਸਾਨੂੰ ਹਮੇਸ਼ਾ ਸੱਚ ਤੇ ਪਹਿਰਾ ਦੇਣਾ ਚਾਹੀਦਾ, ਆਹ ਸੱਚ ਨਹੀਂ ਦਿਸਦਾ? ਇਹ ਸੱਚ ਹੈ? ਜਵਾਬ ਦਿਓ, ਸੋਚਿਓ। ਜਿਹੜੇ ਵੀ ਬੰਦੇ ਇੱਦਾਂ ਜੈਨੂਅਨ ਸੋਚਦੇ ਹੋ, ਗੱਲ ਕਰ ਲਿਓ ਮੇਰੇ ਨਾਲ। ਜੇ ਕਿਸੇ ਨੇ ਗੱਲ ਕਰਨੀ ਹੋਈ ਕਰ ਲਿਓ, ਯਾਰ ਹੱਦ ਹੈ। ਸੋ ਇਸ ਲਈ ਆਓ ਜ਼ਿੰਮੇਵਾਰੀ ਨਾਲ ਕੋਸ਼ਿਸ਼ ਕਰਾਂਗੇ ਆਪਾਂ। ਜੇ ਸਾਨੂੰ ਲੱਗਿਆ ਤਾਂ ਇਹ ਜ਼ਰੂਰੀ ਤਾਂ ਹੋ ਗਿਆ ਸੀ ਵੀ ਯਾਰ ਅਗਲਿਆਂ ਨੇ ਗਲੇ ਨੂੰ ਹੱਥ ਪਾ ਲਿਆ। ਹੁਣ ਅਗਲਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੈਲੰਜ ਕਰਤਾ ਵੀ ਕਿਹੜਾ ਗਿਆਨ ਹੈ ਇਹਦੇ 'ਚ, ਇਹਨੂੰ ਗੁਰੂ ਕਹੀਏ, ਕਿਉਂ ਇਹਨੂੰ ਗੁਰੂ ਕਹੀਏ? ਬਸ ਫੇਰ ਨਹੀਂ ਵੀ ਇਹਨੂੰ ਗੁਰੂ। ਤੇ ਅੱਜ ਦੀ ਥੋੜ੍ਹੀ ਹੈ, ਇਹ ਤਾਂ ਬੜੇ ਲੰਮੇ ਸਮੇਂ ਤੋਂ ਹੈ ਗੱਲ। ਆਰੀਅਨ ਬੰਦੇ ਦੁਹਾਈਆਂ ਦਿੰਦੇ ਆ ਵੀ ਇਹਨੂੰ ਗੁਰੂ ਕਿਉਂ ਕਹੀਏ। ਇਹ ਕਈਆਂ ਨੂੰ ਐ ਲੱਗਦਾ ਵੀ ਇਹ ਪਹਿਲੀ ਵਾਰ ਹੋਈ ਹੈ ਗੱਲ। ਨਹੀਂ ਭਾਈ, ਬੜੇ ਬੰਦੇ ਨੇ ਇਸ ਤਰ੍ਹਾਂ ਦੇ, ਭੱਟਾਂ ਦੀ ਬਾਣੀ ਤੇ ਸਵਾਲ ਕਰਨ ਵਾਲੇ ਬੰਦੇ ਹੈਗੇ। ਕਈਆਂ ਬੰਦਿਆਂ ਨੂੰ ਲੱਗਦਾ ਵੀ ਪਹਿਲਾਂ ਕਿਸੇ ਨੇ ਸਵਾਲ ਨਹੀਂ ਕੀਤੇ। ਉਹ ਨਹੀਂ ਭਾਈ, ਪਸੌੜੀਆਂ ਨੂੰ ਪੜ੍ਹ ਕੇ ਵੇਖ ਲਿਓ ਕਿਤੇ, ਉਹਨਾਂ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਵੀ ਸਵਾਲ ਕੀਤੇ ਨੇ। ਸਵਾਲ ਕਰਨਾ ਹੀ ਵੱਡੀ ਗੱਲ ਨਹੀਂ ਹੁੰਦੀ ਵੀ ਸਵਾਲ ਕਰਨ ਲੱਗ ਗਏ ਬੰਦੇ। ਸਵਾਲਾਂ ਦੇ ਹੱਲ ਕਰਨਾ ਵੱਡੀ ਗੱਲ ਹੁੰਦੀ ਹੈ। ਹੱਲ ਕਰੋ ਸਵਾਲਾਂ ਦੇ। ਸਵਾਲ ਕਰਨਾ ਕਿੱਡੀ ਕੁ ਵੱਡੀ ਗੱਲ? ਸਵਾਲ ਦਾ ਹੱਲ ਕਰਨ ਵਾਲਾ ਵੱਡਾ ਹੁੰਦਾ। ਸੋ ਹੱਲ ਕੀ ਹੈ ਉਹਦਾ? ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ। ਸਾਹਿਤ ਵੀ ਉਹ ਸਾਡਾ ਜਿਹੜਾ ਗੁਰਬਾਣੀ ਦੀ ਕਸਵੱਟੀ ਤੇ ਖਰਾ ਉਤਰਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰ ਵੀ ਉਹ ਖਰੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਤੇ ਖਰੇ ਉਤਰਦੇ ਆ। ਬਹੁਤ ਕੁਝ ਆ ਸਾਡੇ ਕੋਲ ਵੀ। ਜੇ ਕਈਆਂ ਮੇਰਾਂ ਨੂੰ ਲੱਗੂਗਾ ਵੀ ਬਿਨਾਂ ਦਾ, ਜੇ ਸਬੂਤ ਵੀ ਦੇਣੇ ਹੋਏ ਨਾ, ਬਹੁਤ ਸਬੂਤ ਦੇ ਦਿਆਂਗੇ, ਬਹੁਤ ਸਬੂਤ ਲੱਭ ਲਿਆਵਾਂਗੇ। ਫਿਰ ਮਤਲਬ ਇਹ ਠੀਕ ਆ, ਸਾਨੂੰ ਜੈਨੂਅਨ ਹੋ ਕੇ, ਨਿਊਟਰਲ ਜੇ ਹੋ ਕੇ ਸੋਚਣ ਦੀ ਲੋੜ ਆ। ਬਹਿ ਕੇ ਬਾਣੀ ਦੇ ਵਿਸ਼ੇ ਤੇ ਗੱਲ ਕਰੋ ਸਾਡੇ ਨਾਲ, ਦਿਓ ਬਾਣੀ ਦੇ ਹਵਾਲੇ, ਦਿਓ ਬਾਣੀ ਦੀ ਵਿਚਾਰ, ਆਪਣੇ ਵਿਚਾਰ ਹੀ ਦਿਓ, ਹਵਾਲਾ ਬਾਣੀ ਦਾ ਦਿਓ। ਐਂ ਲਿਖਿਆ ਆ ਬਾਣੀ 'ਚ। ਉਹਦਾ ਚੇਤਾ ਰੱਖਿਓ, ਉਹਦੇ ਉਚਾਰਨ, ਵਿਸ਼ਰਾਮ ਤੇ ਉਹਦਾ ਵਿਆਕਰਣ ਰੂਲ ਨਾਲ ਸਾਂਝਾ ਨੱਥੀ ਕਰਕੇ ਰੱਖਣਾ ਪਏਗਾ, ਫਿਰ ਦਿਓ ਜਵਾਬ। ਤੇ ਜੇ ਵਿਆਕਰਣ ਛੱਡੋਗੇ, ਜੇ ਵਿਸ਼ਰਾਮ ਛੱਡੋਗੇ, ਜੇ ਉਚਾਰਨ ਛੱਡੋਗੇ, ਫਿਰ ਬਹੁਤ ਕੁਝ ਦੁਨੀਆ ਦੇ ਲੋਕ ਛੱਡ ਦੇਣਗੇ। ਫਿਰ ਰਾਧਾ ਸੁਆਮੀਆਂ ਨੇ ਵੀ ਕਹਿਣਾ ਹੈ ਵੀ ਜਿਹੜੇ ਗੁਰੂ ਦੀ ਅਸੀਂ ਗੱਲ ਕਰਦੇ ਹਾਂ, ਇਹਦੀ ਗੱਲ ਹੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ। ਐਵੇਂ ਸਿੱਖ ਤਾਂ ਕਹਿੰਦੇ ਨਹੀਂ, ਅਗਲਿਆਂ ਨੇ ਪਾਇਆ ਨਹੀਂ ਭੁਲੇਖਾ ਸਾਨੂੰ। ਗੁਰੂ ਅਮਰਦਾਸ ਜੀ ਦੀ ਬਾਣੀ, ਗੁਰੂ ਅਮਰਦਾਸ ਜੀ ਦੇ ਨਾਂ ਤੇ ਰਾਧਾ ਸੁਆਮੀਆਂ ਨੇ ਬਾਣੀ ਲਿਖੀ ਹੋਈ ਹੈ। ਗੁਰੂ ਅਮਰਦਾਸ ਜੀ ਦੇ ਨਾਂ ਤੇ ਇੱਕ ਨਹੀਂ ਝਮੇਲਾ, ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਂ ਤੇ ਸਾਰੀ ਬਾਣੀ ਲਿਖ ਕੇ ਅਗਲੇ ਕਹਿੰਦੇ ਗੁਰੂ ਅਮਰਦਾਸ ਪਾਤਸ਼ਾਹ ਜੀ ਵੀ ਸਾਡੇ ਸਵਾਮੀ ਦੀ ਮਹਿਮਾ ਗਾਉਂਦੇ ਹੁੰਦੇ ਸੀ। ਲੱਭ ਲੈਣਗੇ ਬਾਣੀ 'ਚ ਸਵਾਮੀ ਸ਼ਬਦ ਹਜ਼ਾਰਾਂ ਵਾਰ ਆ ਜਾਣਾ ਹੈ। ਸੋ ਐਂ ਥੋੜ੍ਹੀ ਹੋਊਗਾ, ਉਹਦਾ ਪ੍ਰਕਰਣ ਨਹੀਂ ਵੇਖਣਾ ਪਊਗਾ। ਸਾਰਾ ਉਹਦਾ ਉਹ ਕਿਸ ਸੰਦਰਭ 'ਚ ਗੱਲ ਚੱਲ ਰਹੀ ਹੈ, ਕਿਸ ਵਿਸ਼ੇ 'ਚ ਗੱਲ ਚੱਲ ਰਹੀ ਹੈ, ਉੱਥੇ ਉਹ ਸਾਰੇ ਪੱਖ ਨਹੀਂ ਵੇਖਣੇ ਪੈਣਗੇ ਸਾਨੂੰ ਧਿਆਨ ਨਾਲ। ਸੋ ਜੇ ਇਹ ਸਾਰੇ ਪੱਖ ਤੇ ਗੱਲ ਕਰਨੀ ਹੋਵੇ ਤਾਂ ਖੁੱਲ੍ਹਾ ਸੱਦਾ ਆ, ਜਿੱਥੇ ਮਰਜ਼ੀ ਬਹਿ ਜਾਓ, ਜਿੱਥੇ ਮਰਜ਼ੀ ਡਿਬੇਟ ਕਰ ਲਿਓ, ਜਿੱਥੇ ਮਰਜ਼ੀ। ਤੇ ਜੇ ਇਹ ਦੱਸਣਾ ਆ ਵੀ ਮਨੀ ਸਿੰਘ ਬਾਰੇ, ਮਾਤਾ ਸਾਹਿਬ ਕੌਰਾਂ ਬਾਰੇ ਇੱਦਾਂ ਇਤਿਹਾਸ ਵਿੱਚ ਲਿਖਿਆ, ਤੇ ਉਸੇ ਇਤਿਹਾਸ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਤੇ ਮਾਤਾ ਸਾਹਿਬ ਕੌਰ ਨੂੰ ਚੰਗਾ ਵੀ ਲਿਖਿਆ, ਫਿਰ ਮਾੜਾ ਹੀ ਕਿਉਂ ਮੰਨਣਾ ਹੈ ਜਵਾਬ ਇਹਨਾਂ ਦਾ। ਮਾੜਾ ਹੀ ਕਿਉਂ ਮੰਨਣਾ ਹੈ? ਫਿਰ ਚੰਗਾ ਕਿਉਂ ਨਹੀਂ ਮੰਨਦੇ? ਮਾੜਾ ਛੱਡ ਦੋ, ਗਲਤ ਲਿਖਿਆ ਆ, ਚੰਗਾ ਮੰਨੋ ਜਿਹੜਾ ਉਹਨੇ ਬਾਰੇ ਲਿਖਿਆ। ਪਰ ਨਾ ਉਹ ਬਿਰਤੀ ਜੋ ਕਾਂ ਵਾਲੀ ਹੈ ਨਾ, ਹੁਣ ਤਾਂ ਹੀ ਤੇ ਬਾਣੀ 'ਚ ਲਿਖਿਆ ਨਾ, ਕਊਆ ਕਾ ਕੋ ਅੰਮ੍ਰਿਤ ਰਸ ਪਾਈ ਹੈ। ਕੋਈ ਕਾਂ ਨੂੰ ਅੰਮ੍ਰਿਤ ਪਾਵੇ ਤੇ ਉਹ ਰੱਜਦਾ ਹੈ ਉਹਦੇ ਨਾਲ। ਉਹ ਤ੍ਰਿਪਤ ਹੈ, ਵਿਸਟਾ ਖਾਏ, ਮੁੱਖ ਗੋਹ ਹੈ, ਉਹਦੀ ਆਦਤ ਹੈ ਗੋਹੇ 'ਚ ਚੁੰਝ ਮਾਰਨਾ। ਉਹ ਸਾਰਾ ਅੰਮ੍ਰਿਤ ਛੱਡ ਕੇ ਰੱਖ ਕੇ ਵੇਖ ਲਿਓ ਕਾਂ ਦੇ ਸਾਹਮਣੇ, ਇੱਦਾਂ ਮੱਖਣ ਰੱਖ ਦਿਓ, ਇੱਦਾਂ ਕਿੰਨੀਆਂ ਚੀਜ਼ਾਂ ਰੱਖ ਦਿਓ, ਪਰ ਉਹਦੇ ਸਾਹਮਣੇ ਗੋਹਾ ਜਿੱਥੇ ਹੋਇਆ ਨਾ, ਭੱਜ ਕੇ ਜਾ ਕੇ ਗੋਹੇ 'ਚ ਚੁੰਝ ਮਾਰੇਗਾ।
ਤੇ ਤੁਸੀਂ ਕਾਂ ਨੂੰ ਫੜ ਕੇ ਇਦਾਂ ਕਹੋ ਮੱਖਣ ਖਾ ਲਾ, ਛੱਡ ਗੋਹੇ ਵਿੱਚ ਉਹਨੂੰ, ਤੁਸੀਂ ਮੱਖਣ 'ਚ ਚੁੰਝ ਵੀ ਮਰਾ ਲਿਓ, ਉਹਦੀ ਮੱਖਣ ਖਵਾ ਲਿਓ ਉਹਨੂੰ, ਫਿਰ ਛੱਡਿਓ, ਫਿਰ ਚੁੰਝ ਉਹ ਗੋਹੇ 'ਚ ਹੀ ਮਾਰੇਗਾ ਜਾ ਕੇ। ਹੁਣ ਜਿੰਨਾ ਮਰਜ਼ੀ ਇਦਾਂ ਲੱਭ ਕੇ ਕਹੇ ਉਹ ਮੱਖਣ 'ਚ ਮਾਰ ਲਓ ਚੁੰਝ, ਯਾਰ ਗੋਹੇ 'ਚ ਨਾ ਚੁੰਝ ਮਾਰੋ। ਜਿਨ੍ਹਾਂ ਦੀ ਆਦਤ ਹੈ, ਜਿਨ੍ਹਾਂ ਨੇ ਮਾਰਨੀ ਚੁੰਝ ਗੋਹੇ ਵਿੱਚ ਹੈ, ਜਿਨ੍ਹਾਂ ਦੀ ਬਿਰਤੀ ਵਿੱਚ ਇਹ ਗੱਲਾਂ ਨੇ, ਉਹਨਾਂ ਦੀ ਬਿਰਤੀ 'ਚੋਂ ਕਿਵੇਂ ਕੱਢ ਦੋਗੇ? ਜਿਨ੍ਹਾਂ ਨੂੰ ਇਸ਼ਾਰਾ ਹੀ ਇਹ ਹੋਇਆ ਹੈ, ਜਿਨ੍ਹਾਂ ਨੇ ਸਹੁੰ ਹੀ ਇਹ ਖਾਧੀ ਹੈ, ਜਿਨ੍ਹਾਂ ਨੇ ਕਸਮ ਹੀ ਇਹ ਖਾਧੀ ਹੈ, ਤੇ ਜਿਹੜੇ ਆ ਦੋਗਲੇ ਜੇ ਵਿਚਲੇ ਜੇ ਮਾਈਂਡਡ ਵਾਲੇ ਬੰਦੇ ਆ, ਨਹੀਂ ਠੀਕ ਆ ਫਿਰ ਅਸੀਂ ਹੁਣ ਕੀ ਕਰੀਏ, ਸਾਨੂੰ ਇਹਦਾ ਕੀ ਪਤਾ ਆ, ਅਸੀਂ ਇਹਦਾ ਜਵਾਬ ਕੀ ਦਈਏ? ਕਿਉਂ ਨਾ ਦਈਏ ਜਵਾਬ? ਵੀ ਦਿਓ ਜਵਾਬ, ਸਾਨੂੰ ਪੁੱਛਿਓ, ਸੰਪਰਦਾਈਆਂ ਬਾਰੇ ਵੀ ਪੁੱਛਿਓ, ਦੇਵਾਂਗੇ ਖੁੱਲ੍ਹ ਕੇ ਜਵਾਬ। ਵੀ ਗਲਤ ਕਰਦੇ ਆ, ਧੱਕਾ ਕਰਦੇ ਆ ਬੰਦੇ, ਸਾਨੂੰ ਪੁੱਛਿਓ ਇਹਨਾਂ ਬਾਰੇ ਵੀ ਸਵਾਲ, ਅਸੀਂ ਕਹਾਂਗੇ ਇਹ ਵੀ ਬੰਦੇ ਗੁੰਡੇ ਨੇ, ਇਹ ਵੀ ਬੰਦੇ ਭੈੜੇ ਨੇ, ਦੋਵੇਂ ਜਵਾਬ ਦੇਵਾਂਗੇ, ਉਹਨਾਂ ਦਾ ਵੀ ਦੇਵਾਂਗੇ, ਇਹਨਾਂ ਦਾ ਵੀ ਦੇਵਾਂਗੇ। ਹਾਂ, ਗੁਰੂ ਗ੍ਰੰਥ ਸਾਹਿਬ 'ਤੇ ਗੱਲ ਕਰ ਲਿਓ, ਫਿਰ ਇੱਦਾਂ ਜਵਾਬ ਦੇਵਾਂਗੇ ਅਸੀਂ ਤੁਹਾਨੂੰ। ਸੋ ਗੁਰੂ ਮਿਹਰ ਕਰੇ। ਜ਼ਰੂਰੀ ਸਨ ਇਹ ਗੱਲਾਂ। ਮੈਂ ਕਈ ਦਿਨਾਂ ਤੋਂ ਇਹ ਵਾਚ ਕਰਦਾ ਸੀ, ਕਈ ਦਿਨਾਂ ਤੋਂ ਇਹ ਵੇਖਦਾ ਸੀ ਵੀ ਨਹੀਂ ਯਾਰ ਗੱਲ ਕਰਨੀ ਚਾਹੀਦੀ ਹੈ, ਨਹੀਂ ਤੇ ਸਾਨੂੰ ਸਵਾਲ ਕਰਨੇ ਆ ਯਾਰ ਆਉਣ ਵਾਲੀਆਂ ਪੀੜ੍ਹੀਆਂ ਨੇ। ਬੜੀਆਂ ਚੀਜ਼ਾਂ ਤੇ ਯਾਰ ਬੋਲਦੇ ਸੀ ਤੁਸੀਂ, ਇਹਦੇ ਤੇ ਕਿਉਂ ਨਹੀਂ ਬੋਲੇ? ਇਹ ਗੱਲਾਂ ਕਿਉਂ ਨਹੀਂ ਕੀਤੀਆਂ ਤੁਸੀਂ? ਨਹੀਂ ਮੰਨਦੀ ਸੀ ਜ਼ਮੀਰ, ਨਹੀਂ ਇੱਦਾਂ ਘੁਟਨ ਜਿਹੀ ਫੀਲ ਹੁੰਦੀ ਸੀ ਅੰਦਰ ਇੱਦਾਂ। ਕੋਈ ਨਹੀਂ, ਹੋਰ ਵੀ ਬਾਕੀ ਆਉਣ ਵਾਲੇ ਸਮੇਂ 'ਚ ਹੌਲੀ ਹੌਲੀ ਇੱਦਾਂ ਅੰਦਰ ਨਹੀਂ ਮਾਰਿਆ ਜਾਂਦਾ ਯਾਰ ਆਪਣੇ ਆਪ ਨੂੰ। ਆਤਮਾ ਝੰਜੋੜਦੀ ਹੈ। ਬਹੁਤ ਕੁਝ ਗਲਤ ਮੰਨਦੇ ਸੀ ਜਦੋਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਨਹੀਂ ਸੀ ਗਏ। ਸਾਡੇ ਉਸਤਾਦਾਂ ਨੇ ਹੌਲੀ ਹੌਲੀ ਕੱਢਤਾ ਜ਼ਿੰਦਗੀ 'ਚੋਂ ਜ਼ਹਿਰ, ਤੇ ਉਹਨਾਂ ਨੇ ਇੱਕ ਜਾਚ ਸਿਖਾਤੀ ਵੀ ਇਹ ਬਾਣੀ ਨਾਲ ਜ਼ਹਿਰ ਕੱਢ ਲਿਓ। ਵੀਰ ਸੁਖਵਿੰਦਰ ਸਿੰਘ ਹੋਣਾ ਵੀਰਾਂ ਨੇ ਇੱਦਾਂ ਬਾਣੀ ਪੜ੍ਹ ਕੇ ਸਾਨੂੰ ਦੱਸਿਆ, ਫਿਰ ਸਮਝਾਤੀ ਗੱਲ। ਉਹਨਾਂ ਇਹ ਥੋੜ੍ਹੀ ਕਿਹਾ ਵੀ ਸਾਡੀ ਜੈ ਜੈਕਾਰ ਕਰਿਓ ਕਿਤੇ। ਇਹ ਤਾਂ ਕਈ ਵਾਰ ਇਹਦਾ ਸਿਰਫ ਨਾਂ ਲੈਣਾ ਪੈਂਦਾ, ਕਦੀ ਇੱਦਾਂ ਘੋੜੀਆਂ ਨਹੀਂ ਗਾਈਆਂ ਅਸੀਂ। ਹਾਂ, ਇਹ ਠੀਕ ਹੈ ਵੀ ਉਹਨਾਂ ਨੇ ਬਾਣੀ ਸਮਝ ਕੇ, ਬਾਣੀ ਨੂੰ ਵਿਚਾਰ ਕੇ ਸਾਨੂੰ ਇੱਦਾਂ ਤਿਆਰ ਕਰਤਾ। ਅੱਜ ਬਾਣੀ ਦੀ ਕਸਵੱਟੀ ਤੇ ਪਰਖਣ ਜੋਗੇ ਹੋ ਗਏ। ਸੋ ਸੰਪਰਦਾਈਆਂ ਦਾ ਕੱਚ ਵੀ ਪਰਖਦੇ ਰਹੇ ਹਾਂ, ਤੇ ਇਹਨਾਂ ਵਾਲਾ ਕੱਚ ਵੀ ਪਰਖਾਂਗੇ। ਜੇ ਸਿੱਖ ਪੁੱਠੇ ਲਟਕਣ ਵਾਲੀ ਸਿੱਖੀ ਨਹੀਂ ਮੰਨਦਾ, ਤੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਰੱਦ ਕਰਨ ਵਾਲੀ ਸਿੱਖੀ ਕਿਵੇਂ ਮੰਨ ਲਏ ਯਾਰ? ਜਿਹਨੇ ਸਾਰਾ ਕੁਝ ਰੱਦ ਕੀਤਾ, ਜੇ ਉਹਨੂੰ ਨਹੀਂ ਮੰਨਦੇ ਤੇ ਇਹ ਕਿਵੇਂ ਮੰਨ ਲਈਏ ਅਸੀਂ? ਨਹੀਂ ਮੰਨਿਆ ਜਾਂਦਾ। ਸੋ ਆਓ ਨਿਊਟਰਲ ਹੋ ਕੇ, ਮੈਂ ਫਿਰ ਕਿਹਾ, ਜੇ ਜੈਨੂਅਨ ਸੋਚੋਗੇ ਇਹਨਾਂ ਗੱਲਾਂ ਨੂੰ, ਫਿਰ ਸਮਝ ਲੱਗਣੀ ਹੈ। ਜੇ ਇੱਕ ਧਿਰ ਨਾਲ ਜੁੜ ਕੇ ਵੇਖੋਗੇ, ਮੈਂ ਕੋਈ ਧਿਰ ਦੀ ਗੱਲ ਨਹੀਂ ਕਰਦਾ, ਕਰ ਲਿਓ ਸਾਡੇ ਨਾਲ, ਜਿਹੜੀ ਧਿਰ 'ਚ ਇੱਦਾਂ ਕਮੀ ਕੱਢਣੀ ਹੋਈ ਕੱਢ ਦਿਓ। ਪਿੱਛੇ ਜੇ ਇੱਕ ਵੀਰ ਮਿਸ਼ਨਰੀ ਕਾਲਜਾਂ ਦੀ ਕਮੀ ਕੱਢ ਰਿਹਾ ਸੀ, ਕਹਿੰਦਾ ਇਹਨਾਂ ਦੀ ਕਮੀ ਹੈ ਵੀ ਇਹ ਜੂੜੇ ਤੇ ਪੱਗ ਨਹੀਂ ਬੰਨਣ ਦਿੰਦੇ। ਵਾਹ ਕਿਆ ਬਾਤ ਹੈ, ਵੀ ਖੋਜੀਓ, ਬੱਲੇ ਬੱਲੇ ਤੁਹਾਡੇ, ਸ਼ਾਬਾਸ਼ ਹੋ ਤੁਹਾਡੀ ਖੋਜ ਦੇ, ਸਦਕੇ ਜਾਈਓ ਤੁਹਾਡੀ ਖੋਜ ਦੇ। ਮਿਸ਼ਨਰੀ ਕਾਲਜਾਂ ਨੇ ਕਿਹਾ ਜੂੜੇ ਤੇ ਪੱਗ ਨਹੀਂ ਬੰਨਣੀ। ਵਾਹ, ਕਿੱਡੀ ਵੱਡੀ ਖੋਜ ਕਰਕੇ ਦੱਸੀ। ਉਹ ਭਾਈ, ਇਹ ਜੂੜੇ ਤੇ ਪੱਗ ਨਹੀਂ ਬੰਨਣੀ ਇਹ ਕੋਈ ਸਿੱਖੀ ਸਿਧਾਂਤ ਨਹੀਂ ਸੀ ਅਸੀਂ ਸਮਝਾਇਆ। ਇਹ ਬੰਦੇ ਜਿਹੜੇ ਜੂੜੇ ਤੇ ਪੱਗ ਨਹੀਂ ਬੰਨ੍ਹਦੇ, ਇਹਨਾਂ ਕੋਲ ਜਦੋਂ ਕੋਈ ਪੱਗ ਬਣਾਉਣ ਜੂੜੇ ਵਾਲਾ ਆਉਂਦਾ ਸੀ, ਇਹ ਕਹਿੰਦੇ ਸੀ ਜੂੜੇ ਕਰਕੇ ਪੱਗ ਨਹੀਂ ਵਧੀਆ ਵੱਜਦੀ, ਜੂੜੇ ਕਰਕੇ ਨਹੀਂ ਵੱਜਦੀ, ਜੂੜਾ ਖਿਲਾਰਨਾ ਪੈਂਦਾ। ਤੇ ਜੇ ਇਦਾਂ ਕਹਿ ਦਿਓ ਤੁਸੀਂ ਸਾਰਿਆਂ ਨੂੰ ਹੌਲੀ ਵੀ ਜੂੜੇ ਕਰਕੇ ਨਹੀਂ ਵਧੀਆ ਵੱਜਦੀ, ਅਗਲੇ ਕਹਿਣਗੇ ਅੱਛਾ ਜੂੜਾ ਖਿਲਾਰਨਾ ਪੈਂਦਾ? ਕਹਿੰਦੇ ਹਾਂ ਜੂੜਾ ਖਿਲਾਰਨਾ ਪੈਂਦਾ। ਕਹਿੰਦੇ ਫਿਰ ਤਾਂ ਠੀਕ ਹੈ, ਮੋਨੇ ਦੇ ਵਧੀਆ ਵੱਜਦੀ ਹੈ। ਇਹ ਬੰਦੇ ਇਦਾਂ, ਜਦੋਂ ਅਸੀਂ ਪਿੰਡਾਂ 'ਚ ਵਿਚਰਦੇ ਸੀ ਨਾ, ਕੈਂਪ ਲਾਉਂਦੇ ਸੀ ਤਾਂ ਗੱਲਾਂ ਐਂ ਕਹਿ ਦਿੰਦੇ ਹੁੰਦੇ ਸੀ ਇਹ ਵੀ ਜੂੜੇ ਤੇ ਪੱਗ ਨਹੀਂ ਵੱਜਦੀ, ਜੇ ਜੂੜੇ ਕਰਕੇ ਨਹੀਂ ਪੱਗ ਤੇਰੇ ਸਿਰ ਤੇ ਵਧੀਆ ਵੱਜੀ। ਤੇ ਅਸੀਂ ਇਹਨਾਂ ਨੂੰ ਹੱਥ ਜੋੜ ਕੇ ਕਹਿੰਦੇ ਸੀ, ਉਹ ਭਰਾਓ ਆਪਣੇ ਸਿਰ ਤੇ ਵੀ ਪੱਗ ਜੂੜੇ ਤੇ ਬੰਨ੍ਹ ਲਿਆ ਕਰੋ, ਤਾਂ ਕਿ ਕਿਸੇ ਨੂੰ ਕਹੋ ਨਾ ਇਹ ਗੱਲ ਤੁਸੀਂ। ਮੈਨੂੰ ਅੱਜ ਵੀ ਯਾਦ ਹੈ, ਅਸੀਂ ਪਿੰਡ 'ਚ ਕੈਂਪ ਲਾਉਣ ਗਏ ਬਠਿੰਡੇ ਏਰੀਆ ਦੇ ਵਿੱਚ, ਉੱਥੇ ਬੱਚੇ ਨਿੱਕੇ ਨਿੱਕੇ ਦਾ ਪੱਗ ਬੰਨਣ ਆ ਗਏ ਸਾਡੇ ਕੋਲ। ਤੇ ਉਹ ਆਣ ਕੇ ਕਹਿੰਦੇ, ਕਿਉਂਕਿ ਚੰਗਾ ਲੱਗਦਾ ਸੀ ਉਹਨਾਂ ਨੂੰ ਪੱਗ ਬੰਨੀ, ਫਿਰ ਆਪ ਹੀ ਕਹਿੰਦੇ ਸੀ ਅਸੀਂ ਵੀ ਪੱਗ ਬੰਨਣੀ ਹੈ। ਤੇ ਸਾਡਾ ਵੀਰ ਉਹਦੇ ਸਿਰ ਤੇ ਪੱਗ ਬੰਨ ਰਿਹਾ, ਤੇ ਪੱਗ ਬੰਨ੍ਹਦਿਆਂ ਉਹਨੂੰ ਪਤਾ ਕੀ ਕਹਿੰਦਾ ਯਾਰ ਤੇਰੇ ਪੱਗ ਤਾਂ ਨਹੀਂ ਵਧੀਆ ਵੱਜਦੀ ਕਿਉਂਕਿ ਤੇਰਾ ਜੂੜਾ ਆ। ਲਾਗੋਂ ਦੀ ਮੈਂ ਲੰਘਦਾ ਸੀ, ਮੈਂ ਕਿਹਾ ਯਾਰ ਹੱਦ, ਤੂੰ ਤਾਂ ਨਾ ਬੰਨ ਜੂੜੇ ਤੇ, ਘੱਟੋ ਘੱਟ ਇਹਨੂੰ ਤਾਂ ਨਾ ਕਹਿ। ਇਹਨੇ ਘਰ ਜਾ ਕੇ ਕਹਿਣਾ ਮੰਮੀ ਪੱਗ ਬਣਾਉਣ ਗਿਆ ਸੀ, ਪਾਪਾ ਪੱਗ ਬਣਾਉਣ ਗਿਆ ਸੀ, ਪਿਤਾ ਜੀ ਪੱਗ ਬਣਾਉਣ, ਉਹ ਕਹਿੰਦੇ ਸੀ ਕਾਲਜ ਵਾਲੇ ਵੀ ਜੂੜੇ ਤੇ ਪੱਗ ਨਹੀਂ ਵੱਜਦੀ। ਪਾਤਾ ਨਾ ਦਿਮਾਗ 'ਚ ਤੁਸੀਂ ਏਦਾਂ ਜ਼ਹਿਰ, ਤਾਂ ਕਿਹਾ ਸੀ। ਤੇ ਕਾਲਜ ਕਮੀ ਕੀ ਕੱਢੀ? ਮਿਸ਼ਨਰੀ ਕਾਲਜ ਵਾਲੇ ਵੇਖੋ ਇਹ ਜੂੜੇ ਤੇ ਪੱਗ ਨਹੀਂ ਬੰਨਣ ਦੇ। ਵਾਹ ਜਵਾਨੋ ਤੁਹਾਡੇ, ਸ਼ਾਬਾਸ਼ ਤੁਹਾਡੀ ਵਿਚਾਰਧਾਰਾ ਦੇ। ਮੈਨੂੰ ਕਿਸੇ ਵੀਰ ਨੇ ਇੱਦਾਂ ਸੁਣਾਈ ਗੱਲ ਆ, ਕਹਿੰਦਾ ਵੀ ਤੁਹਾਡਾ ਵੀਰ ਇੱਦਾਂ ਕਹਿੰਦਾ ਵੀ ਜੂੜੇ ਤੇ ਪੱਗ ਨਹੀਂ ਬੰਨਣ ਦਿੰਦੇ ਮਿਸ਼ਨਰੀ ਕਾਲਜ ਵਾਲੇ। ਮੈਂ ਕਿਹਾ ਬੱਲੇ ਜਵਾਨਾ ਤੇਰੇ, ਖੋਜੀਆ, ਵਾਹ ਤੇਰੇ ਸਦਕੇ ਜਾਵਾਂ ਤੇਰੀ ਖੋਜ ਦੇ। ਸੋ ਇਸ ਕਰਕੇ ਨਹੀਂ ਕੋਈ ਇਹ ਕੋਈ ਮਰਿਆਦਾ ਬਣਾਈ ਸੀ।
ਆਹ ਸੀ ਰੀਜ਼ਨ ਉਹਦਾ। ਰੀਜ਼ਨਿੰਗ ਦਿਓ ਨਾ ਫਿਰ ਉਹਦੀ, ਠੀਕ ਰੀਜ਼ਨਿੰਗ ਦੱਸੋ ਉਹਦੀ ਵੀ ਕਿਉਂ ਕਹੀ ਸੀ ਗੱਲ। ਸੋ ਗੁਰੂ ਕੇ ਪਿਆਰਿਓ, ਧੰਨਵਾਦ ਸਾਰਿਆਂ ਦਾ। ਸਮਾਂ ਨਹੀਂ ਬਹੁਤਾ, ਆਪ ਜੀ ਦੇ ਨਾਲ ਸੁਝਾਵਾਂ ਦਾ ਇੰਤਜ਼ਾਰ ਰਹੇਗਾ। ਹਰ ਤਰ੍ਹਾਂ ਦੇ ਸੁਝਾਅ ਮੈਨੂੰ ਪਰਸਨਲ ਵੀ ਤੁਸੀਂ ਦਿਓ, ਇਹਦੇ 'ਚ ਕਮੈਂਟਾਂ ਰਾਹੀਂ ਵੀ ਦਿਓ। ਜੇ ਗਾਲਾਂ ਵੀ ਕੱਢਣੀਆਂ ਹੋਈਆਂ ਕਿਸੇ ਨੇ, ਮੈਨੂੰ ਪਤਾ ਕਈਆਂ ਨੇ ਗਾਲਾਂ ਵੀ ਕੱਢਣੀਆਂ, ਕੱਢ ਲਿਓ ਗਾਲਾਂ ਵੀ, ਕੋਈ ਗੱਲ ਨਹੀਂ, ਇਹਦੇ ਨਾਲ ਨਹੀਂ ਫਰਕ ਪੈਣਾ। ਪਰ ਕੀਮਤੀ ਸੁਝਾਅ ਜਿਹੜੇ ਕੌਮ ਦੀ ਸੱਚੀ ਮੁੱਚੀ, ਜਿਹੜੀ ਜੇ ਨਿਧੜਕਤਾ ਦੀ ਗੱਲ ਕਰਨੀ, ਫਿਰ ਨਿਧੜਕ ਹੋਈਏ, ਹਰ ਪੱਖ ਤੋਂ ਹੋਈਏ ਨਿਧੜਕ। ਫਿਰ ਨਿਧੜਕ ਦਾ ਮਤਲਬ ਹੋਰ ਹੁੰਦਾ ਹੈ। ਨਿਧੜਕ ਦਾ ਮਤਲਬ ਇਹ ਨਹੀਂ ਹੁੰਦਾ ਵੀ ਬਸ ਠੀਕ ਹੈ, ਜਿਹੜੀ ਇੱਕ ਗੱਲ ਮੈਨੂੰ ਲੱਗਦੀ ਉਹ ਕਹਿਤੀ, ਬਾਕੀਆਂ ਤੇ ਇੱਦਾਂ ਪੜਦਾ ਪਾਤਾ। ਗੁਰੂ ਮਿਹਰ ਕਰੇ, ਚੜ੍ਹਦੀ ਕਲਾ ਵਿੱਚ ਰਹੀਏ। ਆਪ ਸਭਨਾਂ ਦਾ ਧੰਨਵਾਦ, ਸ਼ੁਕਰਾਨਾ ਗੁਰੂ ਸਾਹਿਬ ਜੀ ਦਾ। ਭੁੱਲਾਂ ਚੁੱਕਾਂ ਮੇਰੀਆਂ ਸ਼ਬਦ ਗੁਰੂ ਦੇ ਸਮਝ ਕੇ ਹਿਰਦੇ 'ਚ ਵਸਾਇਓ। ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।